Hello students, today we are going to discuss a new chapter that is biomolecules. So biomolecule is a very important chapter from the exam point of view. So let's start. A living system grows, teen and reproduce itself. ਜਿਹੜਾ ਲਿਵਿੰਗ ਸਿਸਟਮ ਹੈ ਉਹ ਗਰੋ ਕਰਦਾ ਹੈ, ਰਿਪਰੋਡਿਊਸ ਕਰਦਾ ਰਹਿੰਦਾ, ਠੀਕ ਹੈ। ਬਟ ਇਹ ਲਿਵਿੰਗ ਸਿਸਟਮ ਹੈ ਜਿਹੜਾ ਬੱਚੇ, ਇਹ ਵੀ ਕਾਫੀ ਸਾਰੇ ਨੋਨ ਲਿਵਿੰਗ ਲਾਈਫਲੈਸ ਚੀਜ਼ਾਂ ਤੋਂ ਬਣਿਆ ਹੋਇਆ ਹੈ, ਜਿਹੜੀਆਂ ਕਿ ਪ੍ਰੈਜ਼ੈਂਟ ਹੁੰਦੀਆਂ ਸੈੱਲ ਦੇ ਅੰਦਰ ਇਨ ਏ ਵੈਰੀ ਕੰਪਲੈਕਸ ਔਰ ਹਾਈਲੀ ਔਰਗੇਨਾਈਜ਼ਡ ਫੋਰਮ। ਔਰ ਉਹ ਵਾਲੀ ਨੋਨ ਲਿਵਿੰਗ ਥਿੰਗਸ ਨੂੰ ਅਸੀਂ ਬੋਲਦੇ ਹਾਂ ਬਾਇਓਮੋਲੀਕਿਊਲ। ਕਹਿਣ ਦਾ ਮਤਲਬ ਹੈ ਕਿ ਲਿਵਿੰਗ ਥਿੰਗਸ ਵੀ ਨੋਨ ਲਿਵਿੰਗ ਥਿੰਗਸ ਤੋਂ ਬਣੀਆਂ ਹੁੰਦੀਆਂ, ਔਰ ਉਹ ਨੋਨ ਲਿਵਿੰਗ ਥਿੰਗਸ ਜਿਹੜੀਆਂ ਆ ਉਹ ਬਾਇਓਮੋਲੀਕਿਊਲਸ ਹੁੰਦੀਆਂ। ਅਸੀਂ ਇਹਨਾਂ ਬਾਇਓਮੋਲੀਕਿਊਲਸ ਨੂੰ ਹੀ ਇਸ ਚੈਪਟਰ ਦੇ ਵਿੱਚ ਸਟੱਡੀ ਕਰਨਾ ਹੈ। ਇਹ ਬਾਇਓਮੋਲੀਕਿਊਲਸ ਜਿਹੜੇ ਆ ਇਹੀ ਲਾਈਫ ਨੂੰ ਬਣਾਉਂਦੇ ਆ। ਸੋ ਦੀਜ਼ ਆਰ ਦਾ ਬੇਸਿਸ ਆਫ ਲਾਈਫ। ਔਰ ਵਟ ਆਰ ਦੀ ਮੇਨ ਡੈਫੀਨੇਸ਼ਨ ਆਫ ਬਾਇਓਮੋਲੀਕਿਊਲ? ਦਾ ਬ੍ਰਾਂਚ ਆਫ ਸਾਇੰਸ which deals with the biomolecules। ਬਾਇਓਕੈਮਿਸਟਰੀ ਦੇ ਅੰਦਰ ਅਸੀਂ ਸਟੱਡੀ ਕਰਦੇ ਹਾਂ। ਸੋ these are the branch of science which deals with the study of biomolecule and their role in living system is called biochemistry। ਸੋ ਬਾਇਓਕੈਮਿਸਟਰੀ ਸਾਨੂੰ ਦੱਸਦੀ ਹੈ ਕਿ ਬਾਇਓਮੋਲੀਕਿਊਲਸ ਦਾ ਲਿਵਿੰਗ ਸਿਸਟਮ ਦੇ ਅੰਦਰ ਕਿਆ ਰੋਲ ਹੈ, ਉਹਨੂੰ ਅਸੀਂ ਬੋਲਦੇ ਹਾਂ ਬਾਇਓਕੈਮਿਸਟਰੀ। ਔਰ ਬਾਇਓਮੋਲੀਕਿਊਲਸ ਕਿਹੜੇ ਕਿਹੜੇ ਹੁੰਦੇ ਨੇ? ਕਾਰਬੋਹਾਈਡਰੇਟਸ, ਪ੍ਰੋਟੀਨ, ਐਂਜ਼ਾਈਮ, ਨਿਊਕਲਿਕ ਐਸਿਡ, ਲਿਪਿਡ, ਅਮਾਈਨੋ ਐਸਿਡ ਐਕਸੈਟਰਾ। ਸੋ ਸਭ ਤੋਂ ਪਹਿਲਾਂ ਅਸੀਂ ਬਾਇਓਮੋਲੀਕਿਊਲ ਦੇ ਅੰਦਰ ਪੜ੍ਹਾਂਗੇ ਕਾਰਬੋਹਾਈਡਰੇਟਸ। ਸੋ ਕਾਰਬੋਹਾਈਡਰੇਟਸ ਆਰ ਏ ਕਲਾਸ ਆਫ ਨੈਚੁਰਲੀ ਅਕਰਿੰਗ ਆਰਗੈਨਿਕ ਕੰਪਾਊਂਡ of carbon, hydrogen and oxygen which are produced by plants। ਕਾਰਬੋਹਾਈਡਰੇਟਸ ਕਾਰਬਨ, ਹਾਈਡਰੋਜਨ ਔਰ ਆਕਸੀਜਨ ਦੇ ਕੰਪਾਊਂਡ ਨੇ ਜਿਹੜੇ ਕਿ ਪਲਾਂਟ ਦੁਆਰਾ ਪ੍ਰੋਡਿਊਸ ਕੀਤੇ ਜਾਂਦੇ ਨੇ। ਔਰ ਇਹਨਾਂ ਦੀ ਇੱਕ ਮੇਨ ਇੰਪੋਰਟੈਂਟ ਰਿਐਕਸ਼ਨ ਡੈਟ ਇਜ਼ ਫੋਟੋਸਿੰਥੇਸਿਸ। ਦਿਸ ਇਜ਼ ਫੋਟੋਸਿੰਥੇਸਿਸ ਰਿਐਕਸ਼ਨ। ਇਹਦੇ ਵਿੱਚ ਕਿਆ ਹੁੰਦਾ ਹੈ? ਕਾਰਬਨ ਡਾਈਆਕਸਾਈਡ ਔਰ ਵਾਟਰ ਲੈ ਕੇ ਜਿਹੜੇ ਗ੍ਰੀਨ ਪਲਾਂਟਸ ਹੁੰਦੇ ਆ, ਕਲੋਰੋਫਿਲ ਲਿਖਿਆ ਨਾ ਇੱਥੇ, ਕਲੋਰੋਫਿਲ ਦੇ ਅੰਦਰ ਇੱਕ ਪਿਗਮੈਂਟ ਪ੍ਰੈਜ਼ੈਂਟ ਹੁੰਦਾ ਡੈਟ ਇਜ਼ ਪਲਾਂਟਸ ਦੇ ਅੰਦਰ ਇੱਕ ਪਿਗਮੈਂਟ ਪ੍ਰੈਜ਼ੈਂਟ ਹੁੰਦਾ ਡੈਟ ਇਜ਼ ਕਲੋਰੋਫਿਲ। ਪਲਾਂਟਸ ਕਿਆ ਕਰਦੇ ਆ? ਸਨਲਾਈਟ ਔਰ ਕਲੋਰੋਫਿਲ ਦੀ ਮਦਦ ਨਾਲ ਕਾਰਬਨ ਡਾਈਆਕਸਾਈਡ ਔਰ ਵਾਟਰ ਇਨਵਾਇਰਮੈਂਟ 'ਚੋਂ ਲੈ ਕੇ ਇੱਕ ਫੂਡ ਸਿੰਥੇਸਾਈਜ਼ ਕਰਦੇ ਆ। ਉਸ ਫੂਡ ਸਿੰਥੇਸਿਸ ਨੂੰ ਅਸੀਂ ਕਾਰਬੋਹਾਈਡਰੇਟਸ ਬੋਲਦੇ ਹਾਂ। ਔਰ ਆਕਸੀਜਨ ਲਿਬਰੇਟ ਕਰਦੇ ਹਾਂ। ਇਹੀ ਆਕਸੀਜਨ ਜਿਹੜੀ ਹੈ ਅਸੀਂ ਯੂਜ਼ ਕਰਦੇ ਹਾਂ ਫॉर ਬਰੀਥਿੰਗ ਪਰਪਸ, ਠੀਕ ਹੈ। ਇਹ ਆਕਸੀਜਨ ਸਾਈਕਲ ਦੇ ਥਰੂ ਸਾਨੂੰ ਮਿਲਦੀ ਹੈ। ਸੋ ਇਹ ਤਾਂ ਹੋ ਗਈ ਕਾਰਬੋਹਾਈਡਰੇਟਸ ਦੀ ਡੈਫੀਨੀਸ਼ਨ। ਨੈਕਸਟ, ਕਾਮਨ ਐਗਜ਼ਾਮਪਲਸ ਕਿਆ ਨੇ ਕਾਰਬੋਹਾਈਡਰੇਟਸ ਦੀਆਂ? ਗਲੂਕੋਜ਼, ਫਰਕਟੋਜ਼, ਸੈਲੂਲੋਜ਼, ਸੁਕਰੋਜ਼, ਸਟਾਰਚ, ਠੀਕ ਹੈ। ਇਹਨਾਂ ਦਿਨਾਂ 'ਚ ਅਸੀਂ ਕਾਰਬੋਹਾਈਡਰੇਟਸ ਨੂੰ ਹਾਈਡਰੇਟਸ ਵੀ ਬੋਲਦੇ ਹਾਂ ਕਾਰਬਨ ਦੇ, ਜਿਹਨਾਂ ਦਾ ਜਰਨਲ ਫਾਰਮੂਲਾ ਹੁੰਦਾ CXH2Y। ਉੱਥੇ ਐਕਸ ਦੀ ਕਾਊਂਟਿੰਗ ਜਿਹੜੀ ਹੈ 6 ਹੋ ਸਕਦੀ ਹੈ। ਸੋ ਇਸੇ ਤਰ੍ਹਾਂ ਇਸੇ ਫਾਰਮੂਲੇ ਨਾਲ ਸਾਡੇ ਤੋਂ ਗਲੂਕੋਜ਼ ਦਾ ਫਾਰਮੂਲਾ ਬਣ ਕੇ ਆਉਂਦਾ C6H12O6। ਫਰਕਟੋਜ਼ ਦਾ ਵੀ ਸੇਮ ਹੁੰਦਾ ਹੈ, ਸੁਕਰੋਜ਼ ਦਾ C12H22O11। ਸੋ ਇਹਨਾਂ ਨੂੰ ਅਸੀਂ ਹਾਈਡਰੇਟਸ ਬੋਲਦੇ ਹਾਂ ਕਾਰਬਨ ਦੇ। ਕਾਫੀ ਸਾਰੇ ਇਹਨਾਂ ਦੇ ਨਾਮ ਨੇ। ਇਹ ਨੰਬਰ ਆਫ ਕੰਪਾਊਂਡ ਸੱਚ ਐਜ਼ ਰੈਮਨੋਜ਼, ਡੀਓਕਸੀਰਾਈਬੋਜ਼ which are known are carbohydrates by their chemical behavior। ਸੋ ਇਹ ਤਾਂ ਹੋ ਗਈ ਕਾਰਬੋਹਾਈਡਰੇਟਸ ਦੀਆਂ ਐਗਜ਼ਾਮਪਲਸ। ਕਾਰਬੋਹਾਈਡਰੇਟਸ ਦੀ ਇੱਕ ਮਾਡਰਨ ਡੈਫੀਨੇਸ਼ਨ ਵੀ ਹੈ ਡੈਟ ਇਜ਼ ਆਪਟੀਕਲੀ ਐਕਟਿਵ ਪੋਲੀਹਾਈਡਰੋਕਸੀ ਐਲਡੀਹਾਈਡ ਔਰ ਪੋਲੀਹਾਈਡਰੋਕਸੀ ਕੀਟੋਨਸ ਔਰ ਦ ਕੰਪਾਊਂਡਸ ਵਿਚ ਪ੍ਰੋਡਿਊਸ ਸਚ ਕੰਪਾਊਂਡਸ ਔਨ ਹਾਈਡਰੋਲਿਸਿਸ। ਕਾਰਬੋਹਾਈਡਰੇਟ ਨੂੰ ਅਸੀਂ ਪੋਲੀਹਾਈਡਰੋਕਸੀ ਐਲਡੀਹਾਈਡ ਔਰ ਪੋਲੀਹਾਈਡਰੋਕਸੀ ਕੀਟੋਨ ਵੀ ਬੋਲਦੇ ਹਾਂ। ਇਹ ਵਾਲੇ ਕੰਪਾਊਂਡ ਕਦੋਂ ਦੇਣਗੇ? ਜਦੋਂ ਉਹਨਾਂ ਦੀ ਹਾਈਡਰੋਲਿਸਿਸ ਹੋਏਗੀ। ਸੋ ਦਿਸ ਇਜ਼ ਦਾ ਮਾਡਰਨ ਡੈਫੀਨੇਸ਼ਨ ਆਫ ਦਾ ਕਾਰਬੋਹਾਈਡਰੇਟਸ। ਅਗਰ ਤੁਹਾਨੂੰ ਪੇਪਰ 'ਚ ਕਾਰਬੋਹਾਈਡਰੇਟਸ ਦੀ ਡੈਫੀਨੇਸ਼ਨ ਆਉਂਦੀ ਹੈ ਤਾਂ ਤੁਸੀਂ ਇਹ ਵਾਲੀ ਡੈਫੀਨੇਸ਼ਨ ਹੀ ਦੇਣੀ ਆ। ਆਪਟੀਕਲੀ ਐਕਟਿਵ ਪੋਲੀਹਾਈਡਰੋਕਸੀ ਐਲਡੀਹਾਈਡ ਔਰ ਪੋਲੀਹਾਈਡਰੋਕਸੀ ਕੀਟੋਨ ਦ ਕੰਪਾਊਂਡਸ ਵਿਚ ਪ੍ਰੋਡਿਊਸ ਸਚ ਕੰਪਾਊਂਡਸ ਔਨ ਹਾਈਡਰੋਲਿਸਿਸ। ਕਲਾਸੀਫਿਕੇਸ਼ਨ ਕਿਆ ਨੇ ਕਾਰਬੋਹਾਈਡਰੇਟਸ ਦੀਆਂ? ਸ਼ੂਗਰ ਐਂਡ ਨੋਨ ਸ਼ੂਗਰ। ਸ਼ੂਗਰਸ ਕਿਆ ਹੁੰਦੀਆਂ? क्रिस्टलाइन सबस्टांस विच आर स्वीट एंड वाटर सोलबल। इन्हां दी एग्जाम्पल क्या है? ग्लूकोज, फ्रक्टोज एंड केन शुगर।
ਨੋਨ ਸ਼ੂਗਰ क्या ਹੋਣਗੀਆਂ, ਟੇਸਟਲੈਸ ਹੋਣਗੀਆਂ, ਇਨਸੋਲੂਬਲ ਇਨ ਵਾਟਰ ਹੋਣਗੀਆਂ, ਔਰ ਇਹਨਾਂ ਦੀ ਐਗਜ਼ਾਮਪਲ ਹੋਏਗੀ ਸਟਾਰਚ, ਸੈਲੂਲੋਜ਼। ਸਿਸਟਮੈਟਿਕਲੀ ਵੀ ਕਲਾਸੀਫਾਈ ਕੀਤਾ ਹੋਇਆ ਕਾਰਬੋਹਾਈਡਰੇਟ ਨੂੰ। ਦੂਸਰੀ ਕਲਾਸੀਫਿਕੇਸ਼ਨ ਦੇ ਅਕੋਰਡਿੰਗ ਇਹਨਾਂ ਦੀਆਂ ਟਾਈਪਸ ਨੇ ਮੋਨੋਸੈਕਰਾਈਡ, ਓਲੀਗੋਸੈਕਰਾਈਡ ਦੇ ਅੰਡਰ ਆ ਜਾਂਦੇ ਆ ਡਾਈਸੈਕਰਾਈਡ, ਟਰਾਈ, ਟੇਟਰਾ ਔਰ ਪੋਲੀਸੈਕਰਾਈਡ। ਸੋ ਸਾਨੂੰ ਪਤਾ ਹੋਣਾ ਚਾਹੀਦਾ ਵਟ ਆਰ ਮੋਨੋਸੈਕਰਾइड्स, ओलिगोसैकेराइड्स, पॉलीसैकेराइड्स। सो मोनोसैकेराइड्स क्या ने, दीज आर द सिंपलेस्ट कार्बोहाइड्रेट। सब तो सिंपल फॉर्म जी है कार्बोहाइड्रेट की मोनोसैकेराइड है, क्योंकि ये हाइड्रोलिसिस करन तो बाद इन्हां दी हाइड्रोलिसिस पॉसिबल नहीं है, विच कैन नॉट बी हाइड्रोलाइज इनटू सिंपलर कंपाउंड। इन्हां नूं अहीं हाइड्रोलाइज नहीं कर सकते। सो ये जी सिंपल एक टाइप है जी कार्बोहाइड्रेट की, वो है मोनोसैकेराइड। अबाउट 20 मोनोसैकेराइड अकर नैचुरली, 20 तरह के जोड़े मोनोसैकेराइड्स नैचुरली जोड़े पाए जाते हैं, ठीक है। और देखो बेटा CH2O इत्थे N की जी काउंटिंग है डेट इज़ 3 to 7। अगर अं N 3 पुट करांगे, 4 पुट करांगे, 6 पुट करांगे, 7 पुट करांगे, तो जोड़े भी साडे तो कार्बोहाइड्रेट्स बनणगे वो मोनोसैकेराइड होणगे। Next is oligosaccharide. These are the carbohydrate which give 2 to 10 monosaccharide molecule hydrolysis। इन्हां दी हाइड्रोलिसिस हो जाती है, और हाइड्रोलिसिस होने तो बाद ये 2 तो लैके 10 तक जोड़े मॉलीक्यूल्स जोड़े वो दे सकते हैं, ठीक है। अगे इन्हां दी टाइप्स भी है डाइसैकेराइड, ट्राई, टेट्रा सैकेराइड्स, ठीक है। अगर हाइड्रोलिसिस होने तो बाद ये 2 मॉलीक्यूल चाहे वो सेम हो सकते हैं चाहे डिफरेंट हो सकते, अगर उन्होंने टुट जाते हैं तो ये होंगे डाइसैकेराइड। ये एग्जाम्पल आ सुक्रोज, लैक्टोज, माल्टोज, ठीक है। ट्राई दे विच क्या होएगा, कार्बोहाइड्रेट विच ऑन हाइड्रोलिसिस गिव 3 मॉलीक्यूल्स ऑफ सेम और डिफरेंट मोनोसैकेराइड्स। अगर हाइड्रोलिसिस होने तो बाद अगर 3 मॉलीक्यूल्स देंगे हैं, वो चाहे सेम भी हो सकते हैं चाहे डिफरेंट भी हो सकते हैं, उन्होंने असीं बोलांगे ट्राईसैकेराइड। एग्जाम्पल रेफिनोज। टेट्रा दे विच हाइड्रोलिसिस तो बाद 4 मॉलीक्यूल देंगे, 4 मॉलीक्यूल मे बी सेम और डिफरेंट, ठीक है। दी एग्जाम्पल साढ़े तो आ गई स्टेचरोज। सो पॉलीसैकेराइड च एक काफ़ी सारे मॉलीक्यूल जोड़े लार्ज नंबर ऑफ मोनोसैकेराइड दे सकते हैं, ठीक है। ये स्टार्च आ सकता, सैलूलोज आ सकता, ग्लाइकोजन आ सकता, क्योंकि इन्हों ब्रैकेट के बाहर N लिखा हुआ है, N की गिनती कुछ भी हो सकती है अप टू। सो दीज आर द क्लासीफिकेशन ऑफ कार्बोहाइड्रेट्स। नैक्सट इज़ मोनोसैकेराइड जोड़े है जोड़े सिंपल जिन्हों की हाइड्रोलिसिस नहीं होंगी, उन्हों दी अगे टाइप्स है अकॉर्डिंग टू असी पढ़िया सी ना पिछे कि जोड़े मोनोसैकेराइड है वो N की वैल्यू 3 to 7 होंगी है। हाँ, N की वैल्यू 3 to 7 होंगी है, अकॉर्डिंग फिर ये एल्डो ट्राईयूजिस अगर N की वैल्यू 3 है तो C3H6O3 बन जाएगा, क्योंकि फॉर्मूला क्या बच्चे CH2ON। अगर असी N की वैल्यू 3 पुट करांगे C3H6 तो O3 हो जाएगा ना। सो इस तरह ये फॉर्मूले और इन्हों दी एग्जाम्पल्स ने ये तुसी लर्न कर सकते हो। एग्जाम्पल्स कई बार पूछ लेंगे कि एल्डोपेंटोसिस की जी एग्जाम्पल है, ठीक है, ये जस्ट तुसी लर्न कर सकते हो। नैक्सट इज स्ट्रक्चर ऑफ मोनोसैकेराइड। मोनोसैकेराइड देखो ग्लिसरल्डिहाइड, ठीक है, और डाईहाइड्रोक्सी एसीटोन। आ देखो पहली एग्जाम्पल है कार्बन नंबर 3 की ग्लिसरल और डाईहाइड्रोक्सी एसीटोन। इन्हों के स्ट्रक्चर इस तरह है, ग्लिसरल के कार्बन की गिनती 3 होएगी। वेरी सिंपल, 3 कार्बन ड्रॉ कर लो। पहले कार्बन के नाल एल्डिहाइड आना, क्योंकि ग्लिसरल और HOH जी इन्हों की स्ट्रक्चर होएगी, इधर H आएगा, इधर OH और CH2OH। इन्हों के स्ट्रक्चर बेटा तुहानूं याद करने पैणगे। जोड़ा डाईहाइड्रोक्सी एसीटोन है तो नाम तो ही क्लीयर है कि वो एसीटोन मतलब कीटोन ग्रुप आएगा, और कीटोन ग्रुप सेंटर च होएगा C+O, CH2OH ऊपर होएगा और CH2H नीचे हो जाएगा। सो दीज आर द स्ट्रक्चर्स ऑफ मोनोसैकेराइड। राइबोज की क्या कार्बन की गिनती होएगी 1 2 3 4 5। राइबोज 5 कार्बन होंगे, इन्हूं एल्डोपेंटोज भी बोलते हैं, और ग्लूकोज सानूं पता 6 कार्बन होंगे, इस करके इन्हूं एल्डोहेक्सोज भी बोलते हैं। फ्रक्टोज भी 6 कार्बन होंगे, इन्हूं कीटोहेक्सोज बोलांगे। ग्लूकोज नूं असीं एल्डोहेक्सोज बोलांगे और फ्रक्टोज नूं कीटोहेक्सोज। कीटो क्यों बोल रहे हैं असीं, क्योंकि देखो
देखो बेटा कीटोहेक्सोज क्यों बोल रहे हैं, क्योंकि ये कीटोन ग्रुप प्रेजेंट है। और एल्डोहेक्सोज क्यों बोल रहे हैं, क्योंकि ये एल्डिहाइड ग्रुप प्रेजेंट है। देखो बेटा एल्डिहाइड और ग्लूकोज और फ्रक्टोज का फॉर्मूला सेम होंगे, बट इन्हों की स्ट्रक्चर डिफरेंट है। स्ट्रक्चर देखो किमें डिफरेंट है, क्योंकि एल्डिहाइड ग्रुप प्रेजेंट है और ये कीटोन ग्रुप प्रेजेंट है। बाकी तुसी कार्बन लिख के HOH इदा लिख सकते हो, HOH। ठीक है, सानू ग्लूकोज और फ्रक्टोज का स्ट्रक्चर आना चाहिए। नैक्सट इज D&L डेजिग्नेशन। सानू पता होना चाहिए डी असी किनू कहना, कई बार डी ग्लिसरल्डिहाइड और L ग्लिसरल एल्डिहाइड लिखा होंगे, इसका क्या मतलब है। अगर तो OH जिदा देखो असी ग्लिसरल एल्डिहाइड का फॉर्मूला हमने देखा, 3 कार्बन है, HOH उपर CHO लगा, नीचे CH2OH। अगर OH ग्रुप तुहाडा राइट साइज से है, राइट साइड से है, तो फिर क्या होएगा, डी ग्लिसरल एल्डिहाइड पॉजिटिव प्लस का साइन पएगा उहदे नाल। अगर तुहाडा OH ग्रुप लैफ्ट साइड से अटैच है तो उन्होंने तुसी N लिखोगे और ब्रैकेट च नेगेटिव पाओगे ग्लिसरल एल्डिहाइड। सो दीज आर द डेजिग्नेशंस ऑफ एल्डिहाइड्स कि किद्दां तुसी किनू D बोलना है, किनू L बोलना है। ठीक है, देखो इत्थे देखो OH किहड़ी साइड ते है, राइट है, राइट ते दा मतलब D लिखांगे, D ग्लिसरल एल्डिहाइड। दिस इज ग्लूकोज, दिस इज फ्रक्टोज। डी ग्लूकोज है, क्यों असीं इहनूं डी ग्लूकोज किया, क्योंकि जिहड़ा OH है, तुसीं दूसरी वाली कार्बन ना देखना, OH जिहड़ा है किहड़ी साइड ते है, राइट साइड ते है। और इनू फ्रक्टोज क्यों कह रहे हैं, क्योंकि ये भी जी कार्बन है, ये जो कीटो ग्रुप लगा है ये राइट साइड से है, और इस करके असीं इनू बोलांगे डी फ्रक्टोज। नैक्सट इज असिमेट्रिक कार्बोनेट। असिमेट्रिक नूं असीं कायरल भी बोलते हैं। कायरल कार्बन वो हुंदी है, असीं हैलोअल्केन एंड हैलोरीन चैप्टर च पढ़िया। कायरल कार्बन वो कार्बन हुंदी है जदों कार्बन दे नाल चारों ग्रुप जिहड़े आ वो डिफरेंट लगे होण। ठीक है, इधर मान लो कुछ होर लगा, कुछ इधर कुछ होर लगा, इस तरह की कार्बन है जिन्हें चारों ग्रुप डिफरेंट लगे हैं, उसे बोलते हैं कायरल कार्बन और असिमेट्रिक कार्बोनेट। ठीक है, और ग्लूकोज भी इस तरह जिहड़े ज़्यादा कायरल कार्बन प्रेजेंट होंगे हैं, इस करके ग्लूकोज भी एक असिमेट्रिक एग्जाम्पल है। देखो ग्लूकोज दे विच देखो देखो अगर असी ये कार्बन नूं देखा, मैं CHOH CHO तो सारा ग्रुप डिफरेंट हो गया। इस तरह 3 नंबर नूं लै ला, OH H तो ये सारे नूं ज्वाइन करके लिखदा तो डिफरेंट हो गया। सो ग्लूकोज दे विच बेटा 4 कायरल कार्बन प्रेजेंट होंगे आ। अगर सानू कायरल कार्बन पता होण तो असी ऑप्टिकल आइसोमर फाइंड कर सकते हैं बाय यूजिंग फॉर्मूला 2 दी पावर N। अगर ग्लूकोज 4 कायरल कार्बन है, इट मीनस 2 रेज़ दी पावर 4, तो वो किन्ने आइसोमर प्रेजेंट हो सकते, वो 16। सो ग्लूकोज दे विच 16 ऑप्टिकल ग्लूकोज के 16 ऑप्टिकल आइसोमर होंगे, क्योंकि ये कायरल कार्बन कितने प्रेजेंट ने, 4। नैक्सट आ गया ग्लूकोज। ग्लूकोज अकर्स इन नेचर इन फ्री एज वेल एज इन कंबाइंड फॉर्म। ठीक है, ग्लूकोज सानू फ्रूट्स की फॉर्म च मिलता है, हनी की फॉर्म च मिलता है, ग्रेप्स तो मिलता है। सो इनू ग्लूकोज नूं असीं ग्रेप शुगर भी बोलते हैं। केन शुगर तो गन्ने तो मिलता है ना, पर जिहड़ा ग्लूकोज हुंदा है कित्थों मिलता सानू, ग्रेप शुगर तो। देखो ग्लूकोज अगर केन शुगर तो मिलेगा तो सानू उन्होंने असीं बोलांगे सुक्रोज। सुक्रोज दा फॉर्मूला क्या होंदा है, वैन सुक्रोज इज बॉइल्ड विद डिल्यूट HCl और H2SO4। सुक्रोज होंदी है C12H22O11। जो असीं दी हाइड्रोलिसिस करते हैं इन द फॉर्म ऑफ एसिड, ये सानू दिंदा ग्लूकोज ते फ्रक्टोज। ग्लूकोज नूं बनाउण दा फस्ट मैथड की है कि असीं खंड तो ग्लूकोज बना सकते हैं। देखो कई बार असीं क्या करते हैं, घरे पानी विच खंड ऐड करते हैं ना, उन्होंने घोलते हैं तो ग्लूकोज बन जाता है। सो जो असीं लैब दे विच
ਸੁਕਰੋਜ਼ ਤੋਂ ਗਲੂਕੋਜ਼ ਬਣਾਉਣਾ ਹੈ, ਅਸੀਂ ਸੁਕਰੋਜ਼ ਦੀ ਹਾਈਡਰੋਲਿਸਿਸ ਕਰਨੀ ਹੈ, H ਪੋਜ਼ਿਟਿਵ ਮਤਲਬ ਇਨ ਦਾ ਫॉर्म ऑफ ਐਸਿਡ ਡਿਲੂਟ ਲੈਣਾ ਬਿਲਕੁਲ, HCl ਵੀ ਹੋ ਸਕਦਾ ਹੈ, H2SO4 ਵੀ ਹੋ ਸਕਦਾ ਹੈ। ਸੋ ਸਾਡੇ ਤੋਂ ਕਿਆ ਬਣ ਜਾਏਗਾ, ਗਲੂਕੋਜ਼ ਔਰ ਫਰਕਟੋਜ਼। ਦੇਖੋ ਗਲੂਕੋਜ਼ ਔਰ ਫਰਕਟੋਜ਼ ਦਾ ਫਾਰਮੂਲਾ ਸੇਮ ਹੈ ਬਟ ਇਹਨਾਂ ਦਾ ਸਟਰਕਚਰ ਡਿਫਰੈਂਟ ਹੈ। ਸਟਰਕਚਰ ਅਸੀਂ ਪਿੱਛੇ ਹੁਣੇ ਕੀਤਾ, ਦੇਖੋ ਗਲੂਕੋਜ਼ ਦੇ ਵਿੱਚ CHO ਗਰੁੱਪ ਪ੍ਰੈਜ਼ੈਂਟ ਹੁੰਦਾ ਔਰ ਜਿਹੜਾ ਸਾਡਾ ਫਰਕਟੋਜ਼ ਆ ਉਹਦੇ ਵਿੱਚ ਕਿਹੜਾ ਗਰੁੱਪ ਪ੍ਰੈਜ਼ੈਂਟ ਹੁੰਦਾ, C ਡਬਲ ਬੌਂਡ O ਕੀਟੋਨ। ਸੋ ਦਿਸ ਇਜ਼ ਦਾ ਬੇਸਿਕ ਡਿਫਰੈਂਟ ਬਿਟਵੀਨ ਗਲੂਕੋਜ਼ ਐਂਡ ਫਰਕਟੋਜ਼। ਨੈਕਸਟ ਮੈਥਡ ਹੈ ਫਰੋਮ ਸਟਾਰਚ। ਸਟਾਰਚ ਤੋਂ ਵੀ ਅਸੀਂ ਗਲੂਕੋਜ਼ ਬਣਾ ਸਕਦੇ ਹਾਂ। ਸਟਾਰਚ ਦੀ ਹਾਈਡਰੋਲਿਸਿਸ ਕਰ ਦਿਓ। ਸਟਾਰਚ ਦਾ ਕਿਆ ਫਾਰਮੂਲਾ ਹੋਣਾ, C6H10O5N। ਠੀਕ ਹੈ, ਇਹਦੀ ਹਾਈਡਰੋਲਿਸਿਸ ਕਰਾਂਗੇ ਅਗੇਨ ਇਨ ਦਾ ਫॉर्म ऑफ ਐਸਿਡ ਤੇ ਗਲੂਕੋਜ਼ ਬਣ ਜਾਏਗਾ। ਨੈਕਸਟ ਇਜ਼ ਸਟਰਕਚਰ ਆਫ ਗਲੂਕੋਜ਼। ਸਟਰਕਚਰ ਆਫ ਗਲੂਕੋਜ਼ ਦੇਖੋ ਬੱਚੇ, ਸਟਰਕਚਰ ਆਫ ਗਲੂਕੋਜ਼ 'ਚ ਦੇਖੋ ਇੱਕ ਐਲਡੀਹਾਈਡ ਗਰੁੱਪ ਪ੍ਰੈਜ਼ੈਂਟ ਹੋਣਾ ਹੀ ਹੋਣਾ ਹੈ, ਬਾਕੀ ਤੁਹਾਡੇ ਤੋਂ CHOH ਦੀ ਫੋਰਮ 'ਚ 4 ਗਰੁੱਪ ਪ੍ਰੈਜ਼ੈਂਟ ਹੋਣਗੇ। ਦੇਖੋ ਤੁਸੀਂ ਗਲੂਕੋਜ਼ ਦਾ ਸਟਰਕਚਰ ਲਿਖਣਾ ਤਾਂ ਸਭ ਤੋਂ ਪਹਿਲਾਂ 6 ਕਾਰਬਨ ਲਿਖ ਲਓ, 1 2 3 4 5 6। ਪਹਿਲੇ ਤੇ ਤੁਸੀਂ CHO ਗਰੁੱਪ ਲਗਾਉਣਾ ਹੀ ਲਗਾਉਣਾ, ਜਿੱਦਾਂ ਦੇਖੋ ਉਹਨਾਂ ਨੇ ਕਿਹਾ ਕਿ CH1 ਐਲਡੀਹਾਈਡ ਗਰੁੱਪ ਲਗਾਉਣਾ, ਉਸ ਤੋਂ ਬਾਅਦ ਤੁਸੀਂ CHOH ਲਗਾਉਣੇ ਆ, ਉਹ ਤੁਹਾਡੀ ਮਰਜ਼ੀ ਹੈ। H ਇੱਧਰ ਕਰ ਦਿਓ, OH ਅਤੇ D, ਜੇ OH ਇੱਧਰ ਰਾਈਟ ਵਾਲੀ ਸਾਈਡ 'ਤੇ ਅਤੇ D ਸਾਡਾ ਗਲੂਕੋਜ਼ ਹੋਏਗਾ। ਸੋ OHH ਅਗੇਨ HOH ਅਗੇਨ OHH ਔਰ ਇੱਥੇ ਤੁਸੀਂ ਕੰਡੈਂਸ ਕਰ ਲਾਸਟ ਵਾਲੇ ਕਾਰਬਨ ਦੇ ਨਾਲ CH2OH ਹੀ ਲਿਖਣਾ ਤੁਸੀਂ। ਸੋ ਇਹ ਸਾਡਾ ਫਾਰਮੂਲਾ ਹੋ ਗਿਆ ਗਲੂਕੋਜ਼ ਦਾ। ਇਸ ਤਰ੍ਹਾਂ ਅਸੀਂ ਗਲੂਕੋਜ਼ ਦੀ ਸਟਰਕਚਰ ਨੂੰ ਲਿਖ ਸਕਦੇ ਹਾਂ। ਮੋਲੀਕੂਲਰ ਫਾਰਮੂਲਾ ਕਿਆ ਹੈ ਗਲੂਕੋਜ਼ ਦਾ, C6H12O6। ਸੋ ਇਹਦੇ ਕੈਮੀਕਲ ਪ੍ਰੋਪਰਟੀਜ਼ ਕਿਆ ਹੈ ਕਿ ਜਦੋਂ ਅਸੀਂ ਗਲੂਕੋਜ਼ ਦੀ ਰਿਡਕਸ਼ਨ ਕਰਦੇ ਹਾਂ ਨਾ ਇਨ ਦਾ ਪ੍ਰੈਜ਼ੈਂਸ ਆਫ ਸੋਡੀਅਮ ਅਮਲਗਮ, ਅਮਲਗਮ ਕਿਆ ਹੁੰਦਾ ਕਿ ਸੋਡੀਅਮ ਇਨ ਦਾ ਪ੍ਰੈਜ਼ੈਂਸ ਆਫ ਮਰਕਰੀ, ਜਦੋਂ ਅਸੀਂ ਗਲੂਕੋਜ਼ ਦੀ ਰਿਡਕਸ਼ਨ ਕਰਾਂਗੇ ਤੇ ਸਾਨੂੰ ਕਿਆ ਮਿਲੇਗਾ, ਸੋਰਬੀਟੋਲ। ਕਿਆ ਹੋਏਗਾ, ਇੱਥੇ ਜਿਹੜਾ ਐਲਡੀਹਾਈਡ ਗਰੁੱਪ ਹੋਏਗਾ ਇਹ 'ਚ ਐਡ ਹੋ ਜਾਏਗਾ H, ਇੱਕ H ਇੱਥੇ ਐਡ ਹੋ ਗਿਆ, ਇੱਕ ਇੱਥੇ ਐਡ ਹੋ ਗਿਆ, ਕਿਆ ਬਣ ਗਿਆ CH2OH। ਸੋ ਸਾਨੂੰ ਡਾਇਰੈਕਟ ਪਤਾ ਹੋਣਾ ਚਾਹੀਦਾ ਕਿ ਜਦੋਂ ਅਸੀਂ ਗਲੂਕੋਜ਼ ਦੀ ਰਿਡਕਸ਼ਨ ਕਰਨੀ ਹੈ ਸਾਨੂੰ ਸੋਰਬੀਟੋਲ ਮਿਲਣਾ। ਠੀਕ ਹੈ, ਨੈਕਸਟ ਇਜ਼ ਪ੍ਰੈਜ਼ੈਂਸ ਆਫ 5 ਹਾਈਡਰੋਕਸਲ ਗਰੁੱਪ। ਐਸੀਟਾਈਲੇਸ਼ਨ, ਜਦੋਂ ਅਸੀਂ ਗਲੂਕੋਜ਼ ਦੀ ਐਸੀਟਾਈਲੇਸ਼ਨ ਕਰਾਂਗੇ ਇਨ ਦਾ ਪ੍ਰੈਜ਼ੈਂਸ ਆਫ ਐਸੀਟਿਕ ਐਨਹਾਈਡਰਸ, ਠੀਕ ਹੈ, ਬਾਈ ਯੂਜ਼ਿੰਗ ਜ਼ਿੰਕ ਕਲੋਰਾਈਡ, ਤੋਂ ਕਿਆ ਬਣੇਗਾ ਗਲੂਕੋਜ਼ ਪੈਂਟਾ ਐਸੀਟੇਟ। ਸੋ ਇੱਥੇ ਤੁਹਾਡਾ ਜਿਹੜਾ ਐਸੀਟੇਟ ਗਰੁੱਪ ਹੈ ਉਹ ਐਡ ਹੋ ਜਾਏਗਾ CHO, H ਦੀ ਜਗ੍ਹਾ 'ਤੇ ਕਿਆ ਲੱਗ ਜਾਣਾ, H ਦੀ ਜਗ੍ਹਾ 'ਤੇ ਲੱਗ ਜਾਣਾ COCH3। ਸੋ ਇੱਥੇ ਵੀ ਤੁਹਾਡਾ CH2OH ਦੀ ਜਗ੍ਹਾ 'ਤੇ ਕਿਆ ਲੱਗ ਜਾਣਾ COCH3 ਔਰ ਇਹ ਬਣ ਗਿਆ ਗਲੂਕੋਜ਼ ਪੈਂਟਾਸੀਟੇਟ। 5 ਐਸਟਿਕ ਜਿਹੜੇ ਯੂਨਿਟ ਆ ਉਹ ਬਾਹਰ ਨਿਕਲ ਜਾਣੇ। ਨੈਕਸਟ ਇਜ਼ ਰਿਐਕਸ਼ਨ ਵਿਦ ਹਾਈਡਰੋਜਨ ਸਾਇਨਾਈਡ। ਜਦੋਂ ਅਸੀਂ ਗਲੂਕੋਜ਼ ਦੀ ਹਾਈਡਰੋਜਨ ਸਾਇਨਾਈਡ ਨਾਲ ਰਿਐਕਸ਼ਨ ਕਰਾਵਾਂਗੇ ਦੈਨ ਫਸਟ ਜਿਹੜਾ ਐਲਡੀਹਾਈਡ ਗਰੁੱਪ ਹੈ ਸਾਨੂੰ ਪਤਾ CH, ਨੂੰ ਇੱਦਾਂ ਖੋਲ੍ਹ ਕੇ ਲਿਖ ਸਕਦੇ ਹਾਂ C ਡਬਲ ਬੌਂਡ OH। ਸੋ ਇੱਥੇ ਤੁਹਾਡਾ ਕਿਆ ਹੋਏਗਾ OH ਔਰ CN ਗਰੁੱਪ ਜਿਹੜਾ ਅਟੈਚ ਹੋ ਜਾਏਗਾ। ਸੋ ਇੱਥੇ ਇਹ ਵਾਲੀ ਆਕਸੀਜਨ ਦੇ ਨਾਲ H ਔਰ CN ਗਰੁੱਪ ਇੱਥੇ ਡਬਲ ਦਾ ਸਿੰਗਲ ਹੋ ਜਾਏਗਾ, ਗਰੁੱਪ ਅਟੈਚ ਹੋ ਜਾਏਗਾ, ਬਣ ਜਾਏਗਾ ਗਲੂਕੋਜ਼ ਸਾਈਨੋਹਾਈਡਰੇਨ। ਅਗਰ ਹਾਈਡਰੋਕਸ ਅਮੀਨ ਨਾਲ ਰਿਐਕਸ਼ਨ ਕਰਾਵਾਂਗੇ ਤੇ ਗਲੂਕੋਜ਼ ਆਕਜ਼ਾਈਮ ਬਣ ਜਾਏਗਾ। ਇੱਥੇ ਰਿਐਕਸ਼ਨ ਜਿਹੜੀ ਇੱਥੇ ਹੀ ਹੋਣੀ ਹੈ ਕਿਉਂਕਿ ਕਾਰਬਨ ਗਰੁੱਪ ਇੱਥੇ ਪ੍ਰੈਜ਼ੈਂਟ ਹੈ। ਆਕਸੀਡੇਸ਼ਨ ਕਰਾਂਗੇ ਗਲੂਕੋਜ਼ ਦੀ ਗਲੂਕੋਨਿਕ ਐਸਿਡ ਬਣੇਗਾ। ਇਹੋ ਜਿਹੇ ਕੁਐਸਚਨ ਡਾਇਰੈਕਟ ਵੀ JEE ਨੀਟ 'ਚ ਆ ਜਾਂਦੇ ਆ ਕਿ ਵਟ ਵਿਲ ਬੀ ਦਾ ਪ੍ਰੋਡਕਟ ਇਫ ਵੀ ਵਿਲ ਆਕਸੀਡਾਈਜ਼ ਗਲੂਕੋਜ਼। ਅਗਰ ਅਸੀਂ ਗਲੂਕੋਜ਼ ਦੀ ਆਕਸੀਡੇਸ਼ਨ ਕਰਾਂਗੇ ਤਾਂ ਗਲੂਕੋਨਿਕ ਐਸਿਡ ਬਣੇਗਾ ਕਿਉਂਕਿ ਜਿਹੜਾ ਐਲਡੀਹਾਈਡ ਹੈ ਇਹ ਕਾਹਦੇ 'ਚ ਕਨਵਰਟ ਹੋ ਜਾਏਗਾ ਕਾਰਬੋਕਸਿਲਿਕ ਐਸਿਡ 'ਚ। ਅਗਰ ਅਸੀਂ ਗਲੂਕੋਜ਼ ਦੀ ਟੋਲਰੈਂਟ ਏਜੰਟ ਨਾਲ ਰਿਐਕਸ਼ਨ ਕਰਾਵਾਂਗੇ ਤਾਂ ਸਿਲਵਰ ਮਿਰਰ ਟੈਸਟ ਪੋਜ਼ੀਟਿਵ ਆ ਜਾਏਗਾ ਕਿਉਂਕਿ ਗਲੂਕੋਜ਼ ਐਲਡੀਹਾਈਡ ਗਰੁੱਪ ਹੈ ਔਰ ਇਹ ਸਿਲਵਰ ਮਿਰਰ ਦੇ ਦੇਗਾ। ਠੀਕ ਹੈ, ਸੋ ਇਹ ਵਾਲਾ ਰਿਐਕਸ਼ਨ ਹੋਏਗਾ ਸਿਲਵਰ ਮਿਰਰ ਆ ਜਾਏਗਾ। ਇਸੇ ਤਰ੍ਹਾਂ ਫੈਲਿੰਗ ਸੋਲਿਊਸ਼ਨ ਨਾਲ ਵੀ ਇਹ ਰੈੱਡ ਕਲਰ ਦੇ PPT ਦੇਗਾ। ਅਗਰ ਅਸੀਂ ਸਟਰੋਂਗ ਆਕਸੀਡਾਈਜ਼ਿੰਗ ਏਜੰਟ ਲਾਈਕ ਨਾਈਟ੍ਰਿਕ ਐਸਿਡ ਦੇ ਨਾਲ ਇਹਦੀ ਆਕਸੀਡੇਸ਼ਨ ਕਰਾਂਗੇ तो क्या करेगा, अगर स्ट्रोंग ऑक्सीडाइजिंग एजेंट होएगा तो ये नीचे वाले CH2OH की भी ऑक्सीडेशन करके उन्होंने कार्बोक्सिलिक एसिड चेंज कर देगा और जो साडा एसिड बनेगा डेट इज़ ग्लूकैरिक एसिड।
ਕਿਹੜਾ ਐਸਿਡ ਹੋਏਗਾ? ਗਲੂਕੈਰਿਕ ਐਸਿਡ। ਨੈਕਸਟ ਹੈ ਬੇਟਾ ਗਲੂਕੋਨਿਕ ਐਸਿਡ ਜਿਹੜਾ ਅਸੀਂ ਬਣਾਇਆ ਸੀ, ਇਹਦੀ ਅਗਰ ਅਸੀਂ ਫਰਦਰ ਆਕਸੀਡੇਸ਼ਨ ਕਰਦੇ ਹਾਂ ਤਾਂ ਅਗੇਨ ਗਲੂਕੈਰਿਕ ਐਸਿਡ ਬਣ ਜਾਂਦਾ। ठीक है, सो दिस इज ग्लूकोज स्ट्रक्चर, दिस इज ग्लूकोनिक एसिड स्ट्रक्चर, दिस इज सकैरिक एसिड। सो सानू स्ट्रक्चर्स लिटिल बिट पता होनी चाहिए। देखो यही रिएक्शनस का उन्होंने चार्ट बनाता। ग्लूकोज की अगर असी एसिटाइलेशन करांगे तो पेंटा एसिटाइल ग्लूकोज बनेगा, अगर असी सोडियम अगर रिएक्शन करांगे तो सॉर्बिटोल बनेगा, अगर असी रेड फॉस्फोरस की प्रेजेंट च करांगे तो नॉर्मल हैक्सेन बनेगी। HCl ना करांगे तो ग्लूकोज साइनोहाइड्रन बन जाएगा, अगर असी हाइड्रोक्सिल अमीन ना रिएक्शन करांगे तो ग्लूकोज ऑक्साइम बन जाएगा। ब्रोमीन ना रिएक्शन करांगे तो ग्लूकोनिक एसिड बन जाएगा, क्योंकि फर्स्ट वाला जो CH है CHO है COH चेंज हो जाएगा। नाइट्रिक एसिड ना करांगे तो ग्लूकैरिक एसिड बन जाएगा। इन्हों तुसीं चार्ट की फॉर्म च भी याद कर सकते हो। नेक्स्ट इज साइक्लिक स्ट्रक्चर ऑफ डी ग्लूकोज, वेरी वेरी इंपॉर्टेंट कि ग्लूकोज जिहड़ा है दी साइक्लिक स्ट्रक्चर होंदी है। और एक क्वेश्चन इत्थे होर भी आंदा है कि ग्लूकोज कुछ रिएक्शनस जिहड़ियां नहीं दिंदा, क्योंकि ग्लूकोज देखो एल्डिहाइड ग्रुप प्रेजेंट है, पर एल्डिहाइड दी कुछ रिएक्शनस ही शो नहीं करदा। वो किहड़ियां ने? इत्थों क्वेश्चन आंदा पेपर च, ग्लूकोज डज नॉट रिएक्ट विद सोडियम बाईसल्फाइड, NaOH ना रिएक्शन करके एक एडिशन प्रोडक्ट नहीं बनाता। ग्लूकोज अमोनीया ना रिएक्शन नहीं करता, तो ग्लूकोज शिफ्ट टेस्ट जिहड़ा एंड 2,4-DNP टेस्ट जिहड़ा आ नहीं दिंदा। जबकि असी एल्डिहाइड चैप्टर पढ़े, एल्डिहाइड चैप्टर जिहड़े एल्डिहाइड्स है वो सोडियम बाईसल्फाइड नाल भी रिएक्शन करते हैं, अमोनीया ना भी रिएक्शन करते हैं, अमीन बनाते हैं, शिफ्ट ना भी रिएक्शन करते हैं, 2,4-DNP ना भी करता है, पर ग्लूकोज ये रिएक्शन नहीं दिंदा। ऑल्दो ग्लूकोज कंटेन एल्डिहाइडिक ग्रुप बट इट डज नॉट गिव द certain reaction, that is first with the sodium bisulfide, second with the ammonia, and third with the Schiff reagent or 2,4-DNP. ग्लूकोज रिएक्ट विद हाइड्रोक्सिल मीन नाल रिएक्ट कर जाता है, असी पिछे रिएक्शन कीतियां, और पेंटा एसीटेट टू फॉर्म एन ऑक्साइम, बट ग्लूकोज पेंटा एसीटेट डज नॉट रिएक्ट विद हाइड्रोक्सिल अमीन। पर जिहड़ा ग्लूकोज का पेंटा एसीटेट है हाइड्रोक्सिल अमीन नाल रिएक्ट नहीं करता। ग्लूकोज एग्जिस्ट इन 2 स्टीरियो आइसोमेरिक फॉर्म, डी ग्लूकोज एंड बीटा डी ग्लूकोज, सॉरी अल्फा डी ग्लूकोज एंड बीटा डी ग्लूकोज। ये असी स्ट्रक्चर अगे जाके पढ़ते हैं। ये जिहड़ियां अल्फा डी ग्लूकोज और बीटा डी ग्लूकोज है एक इक्विलिब्रियम फॉर्म च एग्जिस्ट करदियां, ठीक है। नेक्स्ट इज म्यूटा रोटेशन, व्हेन 2 forms of glucose, one is alpha D and other one is beta D, dissolved in water। असी हुणे गल कीती है कि ग्लूकोज जिहड़ा इहदे 2 फॉर्म हुंदियां, फर्स्ट वन इज अल्फा डी ग्लूकोज एंड सैकेंड वन इज बीटा डी ग्लूकोज। जो असी दोनों फॉर्म नूं अल्फा डी ग्लूकोज और बीटा डी ग्लूकोज इन्हां नूं वाटर च डिजोल्व करते हैं और कुछ समय लिए पईयां रहन दिंदे आ, देन ये दोनों फॉर्म आपस में एक इक्विलिब्रियम फॉर्म कर लैंदियां, ठीक है। उस इक्विलिब्रियम नूं असीं बोलदे आ म्यूटा रोटेशन, ठीक है। इन्हां दी स्पैसीफिक रोटेशन जिहड़ी है वो क्या हुंदी है? अल्फा डी ग्लूकोज हैज़ अ स्पैसीफिक रोटेशन 11 डिग्री 111 डिग्री एंड बीटा डी ग्लूकोज की क्या है प्लस 19.2 डिग्री। व्हेन ए अल्फा फॉर्म इज डिजोल्व्ड इन वाटर इस स्पैसीफिक रोटेशन फॉल्स अंटिल ए कॉन्स्टेंट वैल्यू ऑफ 52.5 इज रीच्ड। जो असीं अल्फा फॉर्म नूं वाटर च डिजोल्व करते हैं तो इन्हां दी जिहड़ी रोटेशन है बेटा स्पैसीफिक रोटेशन है ये फॉल आउट कर जाती है 111 ते किन्ने ते आ जाती है 52.5 ते। जबकि जी बीटा फॉर्म में जो डिजोल्व करते हैं तो ये जी स्पैसीफिक रोटेशन है वो इनक्रीज़ कर देंगी है, तो वो कितनी कॉन्स्टेंट वैल्यू से आ जाती है 52.5। इट मीनस कि इन्हों की जी रोटेशन है वो चेंज आ रहा है,
this spontaneous change in specific rotation of an optically active compound with time to an equilibrium value। ਇਹ ਚੇਂਜ ਕਦੋਂ ਆਇਆ ਜਦੋਂ ਇਹ ਦੋਨੋਂ ਫਾਰਮਸ ਨੇ ਆਪਸ 'ਚ ਇਕਲਿਬਰੀਅਮ ਐਸਟੈਬਲਿਸ਼ ਕਰ ਲਿਆ। ਇਕਲਿਬਰੀਅਮ ਜਦੋਂ ਇਹ ਆਪਣੀ ਇਕਲਿਬਰੀਅਮ ਫਾਰਮ 'ਚ ਹੁੰਦੇ ਆ, ਇਹਨਾਂ ਦੀ ਜਿਹੜੀਆਂ ਰੋਟੇਸ਼ਨਸ ਨੇ, ਸਪੈਸੀਫਿਕ ਰੋਟੇਸ਼ਨਸ ਨੇ, ਉਹਨਾਂ ਦੇ ਵਿੱਚ ਇੱਕ ਚੇਂਜ ਆਉਂਦਾ ਔਰ ਇਸ ਚੇਂਜ ਨੂੰ ਕਿਆ ਬੋਲਦੇ ਆ, ਮਿਊਟਾ ਰੋਟੇਸ਼ਨ। ਮਿਊਟਾ ਵਰਡ ਕਿੱਥੋਂ ਆਇਆ ਕਿ ਖੁਦ ਇਹਨਾਂ ਦੀ ਰੋਟੇਸ਼ਨ 'ਚ, ਸਪੈਸੀਫਿਕ ਰੋਟੇਸ਼ਨ 'ਚ ਖੁਦ ਚੇਂਜ ਆ ਜਾਂਦਾ, ਖੁਦ ਚੇਂਜ ਕਰ ਲੈਂਦੇ ਆਪਣੇ ਆਪ ਨੂੰ। ਮਿਊਟੇਟ ਤੋਂ ਮਤਲਬ ਹੁੰਦਾ ਨਾ, ਮਿਊਟੇਟ ਦਾ ਕਿਆ ਮਤਲਬ ਹੁੰਦਾ, ਚੇਂਜ। ਸੋ ਇਹਨੂੰ ਅਸੀਂ ਬੋਲਦੇ ਹਾਂ ਮਿਊਟਾ ਰੋਟੇਸ਼ਨ। ਠੀਕ ਹੈ। ਸੋ ਦੇਖੋ ਬੀਟਾ ਡੀ ਦੀ ਕਿੰਨੀ ਹੀ ਸਪੈਸੀਫਿਕ ਰੋਟੇਸ਼ਨ 19.2, ਅਲਫਾ ਡੀ ਦੀ ਕਿੰਨੀ ਹੀ 111 ਡਿਗਰੀ। ਪਰ ਜਦੋਂ ਇਕਲਿਬਰੀਅਮ ਮਿਕਸਚਰ 'ਚ ਆ ਗਏ ਔਰ ਦੋਨਾਂ ਦੀ ਜਿਹੜੀ ਸਪੈਸੀਫਿਕ ਰੋਟੇਸ਼ਨ ਹੈ ਕਿੰਨੇ 'ਤੇ ਫੋਲ ਕਰ ਗਈ, 52.5 'ਤੇ। ਇਹਨੂੰ ਹੀ ਅਸੀਂ ਬੋਲਦੇ ਹਾਂ ਮਿਊਟਾ ਰੋਟੇਸ਼ਨ। ਨੈਕਸਟ ਇਜ਼ ਸਾਈਕਲਿਕ ਸਟਰਕਚਰ ਆਫ ਮੋਨੋਸੈਕਰਾइड्स। ਸੋ ਸਾਈਕਲਿਕ ਸਟਰਕਚਰ ਅਸੀਂ ਦੇਖਦੇ ਹਾਂ। ਦੇਖੋ ਬੇਟਾ, ਸਭ ਤੋਂ ਪਹਿਲਾਂ ਅਸੀਂ ਐਨੋਮਰਸ ਪੜ੍ਹ ਲਈਏ। ਐਨੋਮਰਸ ਕਿਆ ਹੁੰਦੇ ਆ, ਜਦੋਂ C1 ਕਾਰਬਨ 'ਤੇ ਜਿਹੜੇ ਸਾਡੇ, ਦੇਖੋ ਬੇਟਾ ਜਿੱਦਾਂ ਕਿ ਗਲੂਕੋਜ਼ ਔਰ ਫਰਕਟੋਜ਼ ਦੇ ਵਿੱਚ ਅਸੀਂ C1 ਕਾਰਬਨ ਦੇਖਣਾ ਹੈ। C1 ਕਾਰਬਨ 'ਤੇ H ਔਰ OH ਦੀ ਅਸੀਂ ਪੋਜੀਸ਼ਨ ਨੂੰ ਦੇਖਣਾ। ਦਾ ਆਈਸ, ਮੰਨ ਲਓ ਦੋ ਤੁਹਾਡੇ ਤੋਂ ਗਲੂਕੋਜ਼ ਦੀਆਂ ਦੋ ਫੋਮ ਹੈ, ਇੱਕ ਹੈ ਨਾ ਡੀ ਗਲੂਕੋਜ਼ ਹੈ, ਇੱਕ ਬੀਟਾ ਡੀ ਗਲੂਕੋਜ਼ ਹੈ। C1 ਕਾਰਬਨ ਜਿਹੜਾ ਇਹਨਾਂ ਦਾ ਚੇਂਜ ਆਏਗਾ ਨਾ, ਇਹ C1 ਕਾਰਬਨ 'ਤੇ ਆਏਗਾ। ਦੇਖੋ ਜਿੱਦਾਂ ਇੱਥੇ C1 ਕਾਰਬਨ 'ਤੇ H ਇੱਧਰ ਹੈ, OH ਇੱਧਰ ਹੈ, ਇੱਧਰ ਕਿਆ ਹੋ ਗਿਆ, OH ਰੋਟੇਟ ਹੋ ਗਿਆ, H ਇੱਧਰ ਚਲਾ ਗਿਆ। ਸੋ ਇੱਕ ਦੂਜੇ ਦੇ ਐਨੋਮਰਸ ਨੇ। ਐਨੋਮਰਸ ਕਿਆ ਹੁੰਦਾ, ਆਈਸੋਮਰ, optical isomer which differ in the configuration only at C1 carbon is called anomers। so anomers क्या ने, such optical isomer which differs in the configuration of C1। ਇਹਨਾਂ ਦੇਖੋ ਬਾਕੀ ਸਾਰਾ ਸੇਮ ਹੋਏਗਾ, C1 ਕਾਰਬਨ ਤੇ ਇੱਕ ਦੂਜੇ ਨਾਲ ਡਿਫਰੈਂਟ ਹੋਣਗੇ, ਇੱਕ ਦੂਜੇ ਦੇ ਕਿਆ ਨੇ, ਅਲਫਾ ਡੀ ਗਲੂਕੋਜ਼ ਔਰ ਬੀਟਾ ਡੀ ਗਲੂਕੋਜ਼। ਅਲਫਾ ਡੀ ਗਲੂਕੋਜ਼ ਔਰ ਬੀਟਾ ਡੀ ਗਲੂਕੋਜ਼ ਇੱਕ ਦੂਜੇ ਦੇ ਐਨੋਮਰਸ ਨੇ। ਅਗਰ ਤੁਹਾਨੂੰ ਅਲਫਾ ਡੀ ਦੀ ਸਟਰਕਚਰ ਆਉਂਦੀ ਹੈ ਲਿਖਣੇ ਔਰ ਤੁਸੀਂ ਉਹ ਤੋਂ ਬੀਟਾ ਡੀ ਗਲੂਕੋਜ਼ ਲਿਖ ਸਕਦੇ ਹੋ, ਕਿਉਂਕਿ ਸਾਨੂੰ ਪਤਾ C1 ਕਾਰਬਨ 'ਤੇ ਹੀ OH ਦੀ ਪੋਜੀਸ਼ਨ ਨੂੰ ਅਸੀਂ ਚੇਂਜ ਕਰਨਾ ਹੈ। ਸੋ ਦੇਖੋ ਇੱਥੋਂ ਪੰਜਵੇਂ ਕਾਰਬਨ ਦਾ ਜਿਹੜਾ ਇਹ ਸਾਈਕਲਿਕ ਸਟਰਕਚਰ ਨੇ, ਅਲਫਾ ਡੀ ਗਲੂਕੋਜ਼ ਤੇ ਬੀਟਾ ਡੀ ਗਲੂਕੋਜ਼ ਦੀਆਂ ਸਾਈਕਲਿਕ ਸਟਰਕਚਰ ਨੇ। ਇੱਥੋਂ OH ਨੂੰ ਅਸੀਂ ਸੈਂਟਰ 'ਚ ਲਿਖਿਆ। ਸੋ ਇਸ ਤਰ੍ਹਾਂ ਤੁਸੀਂ ਅਲਫਾ, ਅਗਰ ਤੁਹਾਨੂੰ ਕੋਈ ਅਲਫਾ ਡੀ ਗਲੂਕੋਜ਼ ਤੇ ਬੀਟਾ ਡੀ ਗਲੂਕੋਜ਼ ਲਿਖਣ ਲਈ ਕਹਿੰਦਾ ਤਾਂ ਤੁਸੀਂ ਇਸ ਤਰ੍ਹਾਂ ਜਿਹੜਾ ਉਹ ਲਿਖ ਸਕਦੇ ਹੋ। ਨੈਕਸਟ ਇਜ਼ ਪਾਇਰੋਨੋਜ਼ ਸਟਰਕਚਰ। ਪਾਇਰੋਨੋਜ਼ ਸਟਰਕਚਰ 'ਚ ਦੇਖੋ ਬੇਟਾ, ਅਗਰ ਅਸੀਂ ਅਲਫਾ ਡੀ ਗਲੂਕੋਜ਼ ਸਾਨੂੰ ਆਂਦਾ ਲਿਖਣਾ, ਠੀਕ ਹੈ, ਉਹਦੀ ਪਾਇਰੋਨੋਜ਼ ਸਟਰਕਚਰ ਬਣਾਉਣੀ ਹੈ ਤਾਂ ਤੁਸੀਂ ਕਿਆ ਕਰਨਾ ਹੈ, ਇੱਕ 5 ਮੈਂਬਰਡ ਰਿੰਗ ਲੈਣੀ ਹੈ ਔਰ ਉਹਦੇ 5 ਮੈਂਬਰ ਰਿੰਗ ਦੇ ਵਿੱਚ ਆਕਸੀਜਨ ਐਟਮ ਹੈ ਔਰ ਤੁਸੀਂ ਇਸੇ ਸਟਰਕਚਰ ਤੋਂ ਦੇਖ ਕੇ ਉਹਦੀ ਪਾਇਰੋਨੋਜ਼ ਸਟਰਕਚਰ ਬਣਾ ਦੇਣੀ ਹੈ। ਦੇਖੋ ਜਿੱਦਾਂ ਆਕਸੀਜਨ ਤੇ ਇੱਥੇ ਆਲਰੇਡੀ ਪ੍ਰੈਜ਼ੈਂਟ ਹੈ, ਸੋ ਇਹ ਵਾਲੀ ਕਾਰਬਨ 'ਤੇ HOH 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 OHH OHH HOH HOH ਔਰ 5th ਵਾਲੀ ਜਿਹੜੀ ਕਾਰਬਨ ਹੈ ਸਾਰਾ ਕੰਬਾਈਨ ਕਰਕੇ ਲਿਖ ਦੇਣਾ CH2OH H, ਕਿਉਂਕਿ ਲਾਸਟ ਕਾਰਬਨ ਹੈ ਸਾਡੀ 5th। ਸੋ ਇਸੇ ਤਰ੍ਹਾਂ ਅਸੀਂ ਅਲਫਾ ਡੀ ਗਲੂਕੋਜ਼ ਤੋਂ ਪਾਇਰੋਨੋਜ਼ ਸਟਰਕਚਰ ਲਿਖ ਸਕਦੇ ਹਾਂ। ਅਗਰ ਬੀਟਾ 'ਚ ਕਿਆ ਹੋ ਜਾਏਗਾ, OH ਇੱਧਰ ਚਲ ਜਾਣਾ, H ਇੱਧਰ ਚਲ ਜਾਣਾ, ਤਾਂ ਉਸ ਹਿਸਾਬ ਨਾਲ ਜਿਹੜੀ ਬੀਟਾ ਡੀ ਗਲੂਕੋਜ਼ ਦੀ ਪਾਇਰੋਨੋਜ਼ ਅਸੀਂ ਬਣਾ ਸਕਦੇ ਹਾਂ। ਦਿਸ ਆਰ ਵੈਰੀ ਇੰਪੋਰਟੈਂਟ ਸਟਰਕਚਰ। ਪਾਇਰੋਨੋਜ਼ ਸਟਰਕਚਰ ਜਿਹੜੀਆਂ ਹੈ ਪੇਪਰ 'ਚ ਲਿਖਣੀਆਂ ਆ ਜਾਂਦੀਆਂ। ਸੋ ਉਹਦੇ ਵਾਸਤੇ ਤੁਹਾਨੂੰ ਅਲਫਾ ਡੀ ਗਲੂਕੋਜ਼ ਔਰ ਬੀਟਾ ਡੀ ਗਲੂਕੋਜ਼ ਇਨ ਸਾਈਕਲਿਕ ਫਾਰਮ ਲਿਖਣਾ ਆਉਣਾ ਚਾਹੀਦਾ, ਠੀਕ ਹੈ। ਸੋ ਨੈਕਸਟ ਇਜ਼ ਫਰਕਟੋਜ਼। ਫਰਕਟੋਜ਼ ਦਾ ਵੀ ਫਾਰਮੂਲਾ ਸੇਮ ਹੈ, ਪਰ ਇਹਦੀਆਂ ਜਿਹੜਾ ਇਹ ਵੀ ਕੇਨ ਸ਼ੂਗਰ ਦੀ ਹਾਈਡਰੋਲਿਸਿਸ ਕਰਾਂਗੇ ਐਸਿਡ ਪਾ ਕੇ, ਤਾਂ ਸਾਡੇ ਤੋਂ ਦੋਨੋਂ ਬਣਨਗੇ ਗਲੂਕੋਜ਼ ਔਰ ਫਰਕਟੋਜ਼। ਸਟਰਕਚਰ ਫਰਕਟੋਜ਼ ਦੀ ਡਿਫਰੈਂਟ ਹੁੰਦੀ ਹੈ। ਆ ਦੇਖੋ ਫਰਕਟੋਜ਼ 'ਚ ਕਿਆ ਹੁੰਦਾ, ਪਹਿਲੀ ਕਾਰਬਨ 'ਤੇ CH2 ਹੁੰਦਾ ਤਾਂ ਦੂਜੀ ਕਾਰਬਨ 'ਤੇ ਤੁਹਾਡਾ ਕੀਟੋਨ ਗਰੁੱਪ ਹੁੰਦਾ। ਸੋ CH2OH, ਸੈਕਿੰਡ ਕਾਰਬਨ 'ਤੇ C ਡਬਲ ਬੌਂਡ O, ਅਗਲੀ ਕਾਰਬਨ 'ਤੇ ਤੁਸੀਂ OHH HOH 1 2 3 4,
ठीक है। अगला कार्बन जिहड़ा आ ਉਹ ਤੁਸੀਂ ਇਕੱਠਾ ਲਿਖ ਸਕਦੇ ਹੋ। ठीक है, 1 2 3 4 3 एक H ਹੋਰ ਆਏਗਾ ਇੱਥੇ OH। ਇਸ ਤਰ੍ਹਾਂ 6 ਕਾਰਬਨ ਲਿਖ ਕੇ ਤੁਸੀਂ ਗਲੂਕੋਜ਼ ਲਿਖ ਸਕਦੇ ਹੋ। ਸੋ ਦਿਸ ਇਜ਼ ਦਾ ਓਪਨ ਸਟਰਕਚਰ ਆਫ ਫਰਕਟੋਜ਼ ਕਿਉਂਕਿ ਫਰਕਟੋਜ਼ 'ਚ ਕਿਆ ਹੁੰਦਾ ਕੀਟੋ ਗਰੁੱਪ ਪ੍ਰੈਜ਼ੈਂਟ ਹੁੰਦਾ ਔਰ ਦੂਜੀ ਕਾਰਬਨ 'ਤੇ ਤੁਸੀਂ ਉਸ ਗਰੁੱਪ ਨੂੰ ਲਿਖਣਾ। ਉਹਦੀ ਸਾਈਕਲਿਕ ਬਣਾਓਗੇ, ਸਾਈਕਲਿਕ ਇਸ ਤਰ੍ਹਾਂ ਦੀ ਹੋਏਗੀ ਅਲਫਾ ਡੀ ਫਰਕਟੋਜ਼ ਦੀ। ਸਾਈਕਲਿਕ 'ਚ ਤੁਸੀਂ ਯਾਦ ਰੱਖਣਾ ਹੈ ਕਿ ਜਿਹੜਾ ਫਸਟ ਅਤੇ ਸੈਕਿੰਡ ਕਾਰਬਨ ਇਕੱਠੇ ਲਿਖਣੇ ਆ। ਜਿੱਦਾਂ ਦੇਖ ਲਓ ਇੱਥੋਂ ਤੁਸੀਂ ਸਟਾਰਟ ਕਰੋਗੇ CH2OH, ਇਹ ਪਹਿਲਾ ਕਾਰਬਨ ਤੁਹਾਡਾ, ਇਹ ਦੂਜਾ ਅਤੇ ਇਹਦੇ ਨਾਲ OH। ਇਸ ਤਰ੍ਹਾਂ ਇਹਦੀ ਸਾਈਕਲਿਕ ਲਿਖਣੀ ਹੈ ਕਿਉਂਕਿ ਇਹਦਾ ਜਿਹੜਾ ਡਬਲ ਬੌਂਡ ਹੈ ਉਹ ਸਾਈਕਲ ਦੀ ਫੋਰਮ 'ਚ ਆਕਸੀਜਨ ਆ ਗਿਆ ਸੈਂਟਰ ਦੇ ਵਿੱਚ। ਅਗਲਾ ਫਿਰ ਕਾਰਬਨ COHH, ਅਗਲਾ ਕਾਰਬਨ CHOH, ਅਗੇਨ CHOH ਔਰ CH2। ਦਿਸ ਇਜ਼ ਦਾ ਅਲਫਾ ਡੀ ਫਰਕਟੋਜ਼। ਠੀਕ ਹੈ, ਅਲਫਾ ਡੀ ਕਿਉਂ ਹੈ ਕਿਉਂਕਿ OH ਕਿੱਧਰ ਹੈ ਤੁਹਾਡਾ ਰਾਈਟ ਸਾਈਡ 'ਤੇ। ਜੇ ਤੁਸੀਂ OH ਲੈਫਟ ਸਾਈਡ 'ਤੇ ਕਰਨਾ ਤਾਂ ਕਿਆ ਬਣ ਜਾਣਾ ਬੀਟਾ ਡੀ ਫਰਕਟੋਜ਼। ਸੋ ਫਰਕਟੋਜ਼ ਦੀ ਕਿਹੜੀ ਸਟਰਕਚਰ ਹੁੰਦੀ ਹੈ ਹਾਵਰਥ ਪ੍ਰੋਜੈਕਸ਼ਨ ਫਾਰਮੂਲੇ, ਜਿਹਨੂੰ ਅਸੀਂ ਅਗਰ ਪਾਇਰੋਨੋਜ਼ ਦੀ ਫੋਰਮ 'ਚ ਲਿਖਣਾ ਤਾਂ ਅਗੇਨ ਪਾਇਰੋਨੋਜ਼ 5 ਮੈਂਬਰਡ ਰਿੰਗ ਹੁੰਦੀ ਹੈ। ਠੀਕ ਹੈ, ਅਸੀਂ ਇਹਨੂੰ ਦੇਖ ਕੇ ਇਹਦੀ ਪਾਇਰੋਨੋਜ਼ ਬਣਾ ਸਕਦੇ ਹਾਂ। O ਤਾਂ ਇੱਥੇ ਰਹੇਗਾ, ਪਹਿਲੀ ਕਾਰਬਨ ਕਿਆ ਹੈ CH2OH OH, ਫਿਰ ਕਿਆ ਹੈ OH H H OH, ਅਗਲਾ HOH ਔਰ ਇਹ ਜਿਹੜਾ ਇਹ ਤਾਂ ਕਾਰਬਨ ਹੈ ਨਾ, ਕਾਰਬਨ ਇਹ ਵੀ ਜਿੱਦਾਂ ਸਾਡੀ ਇਹ ਕਾਰਬਨ, ਇਹ ਸਾਰੀਆਂ ਜਿਹੜੀਆਂ ਕਾਰਨਰ 'ਤੇ ਕਾਰਬਨ ਹੀ ਅਤੇ ਇਹਦੇ ਨਾਲ HH। ਸੋ ਦੀਜ਼ ਆਰ ਦਾ ਹਾਵਰਥ ਫੋਰਮ ਐਜ਼ ਏ ਪਾਇਰੋਨੋਜ਼ ਰਿੰਗ ਫੋਰਮ। ਇਹ ਪਾਇਰੋਨੋਜ਼ ਸਟਰਕਚਰਸ ਹੈਗੀਆਂ ਫਰਕਟੋਜ਼ ਦੀਆਂ। ਫਰਕਟੋਜ਼ ਦੀ ਇੱਕ ਫਿਊਰਾਨੋਜ਼ ਫੋਰਮ ਵੀ ਹੁੰਦੀ ਹੈ। ਫਿਊਰਾਨੋਜ਼ ਫੋਰਮ ਜਿਹੜੀ ਹੈ ਇਸ ਤਰ੍ਹਾਂ ਹੋਏਗੀ, ਉਹਦੇ ਸੈਂਟਰ 'ਚ ਆਕਸੀਜਨ ਹੋਏਗਾ ਔਰ ਅਸੀਂ ਇਸ ਤਰ੍ਹਾਂ ਲਿਖਣੀ ਹੈ। ਜਿੱਦਾਂ ਦੇਖੋ ਬੇਟਾ ਸਾਨੂੰ ਪਤਾ ਸੀ ਬੀਟਾ ਅਸੀਂ ਐਵੇਂ ਲਿਖਿਆ ਸੀ ਨਾ ਫਰਕਟੋਜ਼ CH2OH COH, ਅਗਲਾ HOH OHH, 1 2 3 4 5 ਅਤੇ CH2OH। ਇਹਨੂੰ ਦੇਖ ਕੇ ਅਸੀਂ ਦੇਖੋ ਲਿਖ ਸਕਦੇ ਹਾਂ CH2OH। ਆਹ ਕਿਆ ਸਾਡਾ CH2OH ਹੈ ਨਾ, CH2OH, ਇੱਧਰ ਕਿਆ OH। ਫਿਰ ਡਿਪੈਂਡ ਕਰਦਾ ਤੁਸੀਂ ਇਹ ਕਿਵੇਂ ਲਿਖਿਆ। ਅਗਰ ਤੁਸੀਂ ਬੈਕ ਇੱਥੇ ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਹਾਂ ਫਿਊਰਾਨੋਜ਼ ਫੋਰਮ। ਦੇਖੋ ਜਿੱਦਾਂ ਦੇਖੋ ਬੇਟਾ, ਦੇਖੋ ਆ ਦੇਖੋ ਇਹ ਹੈ ਸਾਡਾ ਫਰਕਟੋਜ਼ ਹੈ ਅਲਫਾ ਡੀ ਫਰਕਟੋਜ਼ CH2OH OH OHH। ਇਹ ਸਾਈਕਲਿਕ ਫੋਰਮ ਹੈ। ਇਹਦੀ ਫਿਊਰਾਨੋਜ਼ ਫੋਰਮ ਬਣਾਉਣੀ ਹੈ ਅਤੇ ਫਿਊਰਾਨੋਜ਼ ਫੋਰਮ ਇੱਦਾਂ ਹੋਏਗੀ, ਸੈਂਟਰ 'ਚ ਆਕਸੀਜਨ ਹੋਏਗਾ ਔਰ 5 ਮੈਂਬਰ 1 2 3 4 5 5 ਮੈਂਬਰ ਹੀ ਹੋਏਗੀ। ਦਿਸ ਇਜ਼ ਫਿਊਰਾਨੋਜ਼ ਫੋਰਮ। ਜਿਹੜੀ ਅਸੀਂ ਪਾਇਰੋਨੋਜ਼ ਫੋਰਮ ਪੜ੍ਹੀ ਸੀ ਉਹ ਇਸ ਤਰ੍ਹਾਂ ਸੀ, ਉਹਦੇ ਇੱਥੇ ਆਕਸੀਜਨ ਔਰ ਇੱਦਾਂ ਅਸੀਂ ਲਿਖਦੇ ਹਾਂ। ਠੀਕ ਹੈ, ਫਿਊਰਾਨੋਜ਼ ਫੋਰਮ 'ਚ ਇਹਨੂੰ ਸਟਰਕਚਰ ਨੂੰ ਦੇਖ ਕੇ ਤੁਸੀਂ ਬਣਾਉਣਾ। ਦੇਖੋ ਪਹਿਲੀ ਕਾਰਬਨ ਕਿਹੜੀ ਹੈ CH2OH, ਨੀਚੇ OH। ਅਗਲੀ ਕਾਰਬਨ ਕਿਉਂਕਿ ਦੇਖੋ ਇਹ 'ਚ ਪਹਿਲੀ ਦੂਜੀ ਕਾਰਬਨ ਨਾਲ ਹੀ ਹੋ ਗਈ। ਅਗਲਾ ਤੀਜਾ ਕਿਆ ਹੈ OH, ਤੀਜੀ ਕਾਰਬਨ ਦੇ ਨਾਲ ਕਿਆ ਲੱਗਾ OHH, ਚੌਥੀ ਦੇ ਨਾਲ HOH, ਪੰਜਵੀਂ ਜਿਹੜੀ ਕਾਰਬਨ ਆ ਬਚੀ ਹੈ। ਠੀਕ ਹੈ, ਇਹਨੂੰ ਤੁਸੀਂ ਸਿੱਧਾ ਲਿਖ ਦੇਣਾ। ਇਹਨੂੰ ਤੁਸੀਂ ਕਿੱਦਾਂ ਲਿਖੋਗੇ, ਇਹ ਇੱਥੋਂ ਸਟਾਰਟ ਕਰਨਾ CH2OH ਔਰ ਕਿਆ ਬਚਾ ਇੱਕ H। ਫਿਊਰਾਨੋਜ਼ ਹੋ ਗਈ। ਠੀਕ ਹੈ, ਇਹ ਅਲਫਾ ਡੀ ਫਿਊਰਾਨੋਜ਼ ਹੋ ਗਈ। ਅਗਰ ਬੀਟਾ ਡੀ ਫਿਊਰਾਨੋਜ਼ ਬਣਾਉਣੀ ਹੈ OH ਉੱਪਰ ਕਰ ਦਿਓ, CH2OH ਨੀਚੇ ਕਰ ਦਿਓ, ਬਾਕੀ ਸਾਰਾ ਸੇਮ ਰਹੇਗਾ। ਸੋ ਪੇਪਰ ਦੇ ਵਿੱਚ ਇਹ ਸਟਰਕਚਰ ਜ਼ਰੂਰ ਆਉਂਦੀਆਂ, ਡਰੋ ਪਾਇਰੋਨੋਜ਼ ਸਟਰਕਚਰ ਆਫ ਐਲਫਾ ਡੀ ਗਲੂਕੋਜ਼, ਡਰੋ ਫਿਊਰਾਨੋਜ਼ ਫੋਰਮ ਆਫ ਫਰਕਟੋਜ਼। ਫਰਕਟੋਜ਼ ਦੀ ਫਿਊਰਾਨੋਜ਼ ਫੋਰਮ ਜ਼ਿਆਦਾ ਪੁੱਛਦੇ ਆ। ਨੈਕਸਟ ਇਜ਼ ਡਾਈਸੈਕਰਾਈਡ। ਡਾਈਸੈਕਰਾਈਡ ਕਿਹੜੇ ਸੀ, ਜਿਹੜੇ ਹਾਈਡਰੋਲਿਸਿਸ ਹੋਣ ਤੋਂ ਬਾਅਦ ਦੋ ਸੇਮ ਜਾਂ ਡਿਫਰੈਂਟ ਮੋਲੀਕੂਲ ਦਿੰਦੇ ਸੀ। ਡਾਈਸੈਕਰਾਈਡ ਦੀ ਐਗਜ਼ਾਮਪਲ ਹੈਗੀ ਤੁਹਾਡੀ ਸੁਕਰੋਜ਼। ਤੁਹਾਨੂੰ ਪਤਾ ਹੋਣਾ ਚਾਹੀਦਾ ਡਾਈਸੈਕਰਾਈਡ ਦੀ ਕੀ ਐਗਜ਼ਾਮਪਲ ਹੈ, ਟਰਾਈ ਦੀ ਕੀ ਹੈ। ਸੋ ਡਾਈਸੈਕਰਾਈਡ 'ਚ ਸੁਕਰੋਜ਼ ਆਉਂਦਾ, ਜਿਹਦੀ ਹਾਈਡਰੋਲਿਸਿਸ ਕਰਨ ਤੋਂ ਬਾਅਦ ਇਹ ਗਲੂਕੋਜ਼ ਜਾਂ ਫਰਕਟੋਜ਼ ਹੁੰਦਾ। ਠੀਕ ਹੈ, ਸੋ ਸੁਕਰੋਜ਼ ਬਾਰੇ ਅਸੀਂ ਥੋੜ੍ਹਾ ਪੜ੍ਹ ਲੈਂਦੇ ਹਾਂ। ਸੁਕਰੋਜ਼ ਕਿਆ ਹੁੰਦਾ, ਇਟ ਇਜ਼ ਮੋਸਟ ਕਾਮਨ ਡਾਈਸੈਕਰਾਈਡ ਦੈਟ ਇਜ਼ ਵਾਈਡਲੀ ਡਿਸਟਰੀਬਿਊਟਿਡ ਇਨ ਪਲਾਂਟ। ਪਲਾਂਟ 'ਚ ਹੁੰਦਾ
ਸ਼ੂਗਰ ਕੇਨ 'ਚ ਪ੍ਰੈਜ਼ੈਂਟ ਹੁੰਦਾ, ਬੀਟਰੂਟ 'ਚ ਹੁੰਦਾ, ਠੀਕ ਹੈ। ਇਟ ਇਜ਼ ਕਲਰਲੈਸ ਕ੍ਰਿਸਟਲਾਈਨ ਸਵੀਟ ਸਬਸਟਾਂਸ। ਸੋ ਇਸ ਤਰ੍ਹਾਂ ਅਸੀਂ ਇਹਦੀ ਪ੍ਰੈਪਰੇਸ਼ਨ ਕਰ ਸਕਦੇ ਹਾਂ। ਔਰ ਜਿਹੜਾ ਸ਼ੂਗਰ ਹੈ, ਕੇਨ ਸ਼ੂਗਰ ਹੈ, ਇਹਦੇ ਵਿੱਚ ਇਨਵਰਸ਼ਨ ਰਿਐਕਸ਼ਨ ਵੀ ਹੁੰਦਾ, ਇਹਨੂੰ ਇਨਵਰਟ ਸ਼ੂਗਰ ਵੀ ਅਸੀਂ ਬੋਲਦੇ ਹਾਂ। ਸੁਕਰੋਜ਼ ਦੀ ਅਗਰ ਅਸੀਂ ਵਾਟਰ ਨਾਲ ਰਿਐਕਸ਼ਨ ਕਰਾਂਗੇ ਇਨ ਦਾ ਪ੍ਰੈਜ਼ੈਂਸ ਆਫ ਇਨਵਰਟੇਜ਼ ਤੇ ਗਲੂਕੋਜ਼ ਔਰ ਫਰਕਟੋਜ਼ 'ਚ ਕਨਵਰਟ ਹੋ ਜਾਂਦਾ। ਸੋ ਕਿਹੜਾ ਐਂਜ਼ਾਈਮ ਹੈ ਜਿਹੜਾ ਸੁਕਰੋਜ਼ ਨੂੰ ਗਲੂਕੋਜ਼ ਔਰ ਫਰਕਟੋਜ਼ 'ਚ ਕਨਵਰਟ ਕਰਦਾ? ਡੈਟ ਇਜ਼ ਇਨਵਰਟੇਜ਼। ਉਹ ਕਿਹੜਾ ਐਂਜ਼ਾਈਮ ਹੈ ਜਿਹੜਾ ਗਲੂਕੋਜ਼ ਨੂੰ ਇਥੇਨੋਲ 'ਚ ਕਨਵਰਟ ਕਰਦਾ? ਉਹ ਜਾਇਮੀਜ਼। ਸੋ ਸਾਨੂੰ ਪਤਾ ਹੋਣਾ ਚਾਹੀਦਾ, 1 ਨੰਬਰ 'ਚ ਕੁਐਸਚਨ ਬਣਦਾ ਇਹਦਾ, ਠੀਕ ਹੈ। ਔਰ ਅਗਰ ਅਸੀਂ ਸਟਰਕਚਰ ਦੀ ਗੱਲ ਕਰੀਏ, ਸੁਕਰੋਜ਼ ਇਜ਼ ਕੰਪੋਜ਼ਡ ਆਫ ਡੀ ਗਲੂਕੋਜ਼ ਐਂਡ ਬੀਟਾ ਡੀ ਫਰਕਟੋਜ਼। ਜਿਹੜਾ ਸੁਕਰੋਜ਼ ਹੈ ਡੀ ਗਲੂਕੋਜ਼ ਤੇ ਬੀਟਾ ਡੀ ਫਰਕਟੋਜ਼ ਤੋਂ ਮਿਲ ਕੇ ਬਣਿਆ, ਔਰ ਉਹਨਾਂ ਵਿੱਚ ਜਿਹੜੀ ਲਿੰਕੇਜ ਹੁੰਦੀ ਡੈਟ ਇਜ਼ C1 ਐਂਡ C2। C1 ਗਲੂਕੋਜ਼ ਦਾ ਹੁੰਦਾ, C2 ਬੀਟਾ ਫਰਕਟੋਜ਼ ਦਾ ਹੁੰਦਾ। ਇਹ ਅਲਫਾ ਡੀ ਗਲੂਕੋਜ਼ ਹੈ ਔਰ ਇਹ ਡੀ ਗਲੂਕੋਜ਼ ਡੀ ਫਰਕਟੋਜ਼, ਇਹ ਸਾਡਾ ਫਰਕਟੋਜ਼ ਹੈ, ਠੀਕ ਹੈ। ਇਹਨਾਂ ਦੇ ਅਸੀਂ ਹਾਵਰਥ ਜਿਹੜੇ ਪਾਇਰੋਨੋਜ਼ ਫੋਰਮ ਹੈ ਲਿਖ ਲਈ ਹੈ ਅਲਫਾ ਡੀ ਗਲੂਕੋਜ਼ ਦੀ। ਇਹ ਪਿੱਛੇ ਅਸੀਂ ਦੇਖਿਆ ਇਹਨੂੰ ਕਿਵੇਂ ਬਣਾਉਣਾ, ਔਰ ਇਹ ਬੀਟਾ ਡੀ ਫਰਕਟੋਜ਼ ਦੀ ਹੈ, ਠੀਕ ਹੈ। ਫਰਕਟੋਜ਼ ਦੀ ਅਸੀਂ ਫੂਰਾਨੋਜ਼ ਫੋਰਮ ਲਈ ਹੈ, ਗਲੂਕੋਜ਼ ਦੀ ਅਸੀਂ ਪਾਇਰੋਨੋਜ਼ ਫੋਰਮ ਲਈ ਹੈ। ਉਹਦੇ C1 ਗਲੂਕੋਜ਼ ਦਾ ਦੇਖੋ C1 ਹੀ ਹੈ, ਔਰ ਫਰਕਟੋਜ਼ ਦਾ C2। ਫਰਕਟੋਜ਼ ਨੂੰ ਵੀ ਅਸੀਂ ਇੱਧਰੋਂ ਬਣਾਉਣਾ ਸਟਾਰਟ ਕਰਨਾ, ਇਹਦਾ C2, ਕਿਉਂਕਿ 1 ਤੇ ਇਹ ਹੁੰਦਾ, ਸੈਕਿੰਡ ਇਹ ਕਾਰਬਨ ਇਹ ਹੁੰਦਾ। ਉਹਦੇ ਵਿੱਚੋਂ ਵਾਟਰ ਰਿਮੂਵ ਕਰਕੇ ਅਤੇ ਉਹਨੂੰ ਜੋੜ ਦੇਣਾ ਅਸੀਂ, ਔਰ ਸੈਂਟਰ 'ਚ ਆਕਸੀਜਨ ਰਹਿ ਜਾਏਗਾ। ਔਰ ਜਿਹੜਾ ਇਹਨਾਂ ਦਾ ਬਣੇਗਾ ਇਹਨੂੰ ਬੋਲਾਂਗੇ ਅਸੀਂ ਹਾਵਰਥ ਪ੍ਰੋਜੈਕਸ਼ਨ ਫਾਰਮੂਲਾ। ਔਰ ਇਹਦੇ ਵਿੱਚ ਸੁਕਰੋਜ਼ ਦੇ ਵਿੱਚ ਕਿਹੜੇ ਯੂਨਿਟ ਹੁੰਦੇ ਆ? C1 C2। C1 ਕਿਹਦਾ ਬੇਟਾ? ਅਲਫਾ ਡੀ ਗਲੂਕੋਜ਼ ਦਾ, ਔਰ C2 ਕਿਆ ਹੈ? ਫਰਕਟੋਜ਼ ਦਾ। ਸੋ ਸੁਕਰੋਜ਼ ਦੇ ਵਿੱਚ C1 C2 ਲਿੰਕੇਜ ਹੁੰਦੀ ਹੈ। ਨੈਕਸਟ ਇਜ਼ maltose, it is also called malt sugar. It is principally disaccharide obtained by the partial hydrolysis of starch, and it is the enzyme present in malt. ਸਟਾਰਚ ਦੀ ਅਗਰ ਅਸੀਂ ਹਾਈਡਰੋਲਿਸਿਸ ਕਰ ਦਈਏ, ਠੀਕ ਹੈ, ਔਰ ਡਾਇਆਟੇਜ਼ ਕਿਹੜਾ ਐਂਜ਼ਾਈਮ ਕਰਦਾ? ਡਾਇਆਟੇਜ਼, ਤੇ ਮਾਲਟੋਜ਼ 'ਚ ਕਨਵਰਟ ਹੋ ਜਾਂਦਾ। ਮਾਲਟੋਜ਼ ਦਾ ਫਾਰਮੂਲਾ ਕਿਹਾ ਹੈ? C12H22O+ ਪਰ ਐਨ ਟਾਈਮ ਪ੍ਰੈਜ਼ੈਂਟ ਹੁੰਦਾ। ਔਰ ਇਹਦੀ ਅਗਰ ਸਟਰਕਚਰ ਦੀ ਗੱਲ ਕਰੀਏ ਮਾਲਟੋਜ਼ ਦੀ, ਇਹਦੇ ਵਿੱਚ ਐਲਫਾ ਡੀ ਗਲੂਕੋਜ਼ ਔਰ ਐਲਫਾ ਡੀ ਗਲੂਕੋਜ਼, 2 ਗਲੂਕੋਜ਼ ਯੂਨਿਟ ਦੇ ਵਿਚਕਾਰ ਅਗਰ ਅਸੀਂ ਵਾਟਰ ਰਿਮੂਵ ਕਰ ਦਈਏ ਅਤੇ ਸਾਡਾ ਮਾਲਟੋਜ਼ ਤਿਆਰ ਹੁੰਦਾ। C1 ਜਿਹੜੀ ਲਿੰਕੇਜ ਹੁੰਦੀ ਹੈ, ਠੀਕ ਹੈ। ਐਲਫਾ ਡੀ ਗਲੂਕੋਜ਼ ਲੈਣਾ ਔਰ ਦੂਸਰਾ ਵੀ ਐਲਫਾ ਡੀ ਗਲੂਕੋਜ਼ ਲੈਣਾ, ਠੀਕ ਹੈ। ਔਰ ਜਿਹੜੀ ਇਹ 'ਚ ਲਿੰਕੇਜ ਹੋਏਗੀ ਉਹ ਹੋਏਗੀ C1 ਕਾਰਬਨ ਔਰ C4 ਕਾਰਬਨ ਦੇ ਵਿੱਚ ਵਾਟਰ ਰਿਮੂਵ ਕਰ ਦਈਏ ਅਤੇ ਸਾਡਾ ਕਿਆ ਬਣ ਜਾਏਗਾ? ਮਾਲਟੋਜ਼। ਨੈਕਸਟ ਇਜ਼ ਲੈਕਟੋਜ਼ ਸ਼ੂਗਰ ਮਿਲਕ 'ਚ ਪ੍ਰੈਜ਼ੈਂਟ ਹੁੰਦੀ ਹੈ। ਮਿਲਕ ਵਿੱਚ ਅਗਰ ਅਸੀਂ ਚੀਨੀ ਨਹੀਂ ਪਾਉਂਦੇ ਤਾਂ ਫਿਰ ਵੀ ਉਹਦਾ ਕੋਈ ਨਾ ਕੋਈ ਟੇਸਟ ਹੈ, ਉਹਨੂੰ ਅਸੀਂ ਕਿਹੜੀ ਸ਼ੂਗਰ ਕਰਕੇ? ਉਹ ਲੈਕਟੋਜ਼ ਕਰਕੇ, ਠੀਕ ਹੈ। ਰਿਡਿਊਸਿੰਗ ਸ਼ੂਗਰ ਹੁੰਦੀ ਹੈ, ਮਿਲਕ ਸ਼ੂਗਰ। ਔਰ ਇਹ ਕਿਸ ਤਰ੍ਹਾਂ ਬਣਦੀ ਹੈ? ਸਾਨੂੰ ਬੀਟਾ ਡੀ ਗਲੈਕਟੋਜ਼ ਲੈਣਾ ਪੈਣਾ। ਬੀਟਾ ਡੀ ਗਲੈਕਟੋਜ਼ ਦੇ 2 ਯੂਨਿਟ ਲੈ ਕੇ ਇੱਕ C1 ਅਤੇ C4 ਦੇ ਵਿੱਚ ਵਾਟਰ ਬਾਹਰ ਕੱਢ ਦਈਏ ਤਾਂ ਸਾਡਾ ਬਣ ਜਾਏਗਾ ਬੀਟਾ ਡੀ ਗਲੈਕਟੋਜ਼। ਗਲੈਕਟੋਜ਼ ਕਿਆ ਥਾ? ਗਲੈਕਟੋਜ਼ ਦਾ ਕਿਆ ਫਾਰਮੂਲਾ ਸੀ? 1 ਤੇ ਸਾਨੂੰ ਪਤਾ ਜਦੋਂ ਅਸੀਂ ਗਲੂਕੋਜ਼ ਲਿਖਦੇ ਹਾਂ CHOH, ਦੂਜੀ ਕਾਰਬਨ 'ਤੇ ਅਸੀਂ OH ਨਹੀਂ ਲਿਖਣਾ, ਫਿਰ ਇੱਧਰ H ਰਹਿੰਦੀ, ਇੱਧਰ OH ਰਹਿੰਦੀ ਹੈ, ਤਾਂ ਉਹ ਸਾਡਾ ਬਣ ਜਾਂਦਾ ਗਲੈਕਟੋਜ਼। ਸੋ ਇਸੇ ਤਰ੍ਹਾਂ ਗਲੈਕਟੋਜ਼, ਬੀਟਾ ਡੀ ਗਲੈਕਟੋਜ਼ ਔਰ ਬੀਟਾ ਡੀ ਗਲੂਕੋਜ਼। ਗਲੈਕਟੋਜ਼ ਦਾ C1 ਔਰ ਗਲੂਕੋਜ਼ ਦਾ C4 ਦੇ ਵਿੱਚ ਵਾਟਰ ਰਿਮੂਵ ਕਰਕੇ ਕਿਆ ਬਣ ਜਾਂਦਾ? ਲੈਕਟੋਜ਼। ਸੋ ਐਗਜ਼ਾਮ ਦੇ ਵਿੱਚ ਇਹਨਾਂ ਦੀ ਲਿੰਕੇਜ ਪੁੱਛੀ ਜਾ ਸਕਦੀ ਹੈ, ਸਟਰਕਚਰ ਪੁੱਛੀ ਜਾ ਸਕਦੀ ਹੈ, ਸਾਨੂੰ ਪਤਾ ਹੋਣਾ ਚਾਹੀਦੀ ਹੈ। ਨੈਕਸਟ ਇਜ਼ ਰਿਡਿਊਸਿੰਗ ਐਂਡ ਨੋਨ ਰਿਡਿਊਸਿੰਗ ਸ਼ੂਗਰ। ਰਿਡਿਊਸਿੰਗ ਸ਼ੂਗਰ ਕਿਆ ਨੇ? ਉਹ ਵਾਲੀਆਂ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਐਗਜ਼ਾਮ 'ਚ ਪੱਕਾ ਕੁਐਸਚਨ ਹੁੰਦਾ ਰਿਡਿਊਸਿੰਗ ਸ਼ੂਗਰ ਦਾ। ਰਿਡਿਊਸਿੰਗ ਸ਼ੂਗਰ ਆਰ ਦਾ ਸੈਕਰਾਈਡਸ ਵਿੱਚ ਰਿਡਿਊਸ ਫੈਲਿੰਗ ਸੋਲਿਊਸ਼ਨ। ਉਹ ਵਾਲੀਆਂ ਸ਼ੂਗਰਸ ਜਿਹੜੀਆਂ ਫੈਲਿੰਗ ਸੋਲਿਊਸ਼ਨ ਅਤੇ ਟੋਲਰਨ ਰੇਜ਼ਨ ਟੈਸਟ ਦਿੰਦੀਆਂ ਉਹਨਾਂ ਨੂੰ ਹੀ ਰਿਡਿਊਸਿੰਗ ਸ਼ੂਗਰ ਕਹਿੰਦੇ ਆ।
ठीक है। रिड्यूसिंग शुगर ਦੇ ਵਿੱਚ फ्री एल्डिहाइड ग्रुप और फ्री कीटोनिक ग्रुप प्रेजेंट ਹੁੰਦਾ, ठीक है। और दे ऑल्सो कंटेन साइक्लिक हैमी एसिटल और हैमी कीटल ग्रुप। नॉन रिड्यूसिंग शुगर ਕਿਹੜੀਆਂ ਹੁੰਦੀਆਂ ਜਿਹੜੀਆਂ ਫੈਲਿੰਗ ਸੋਲਿਊਸ਼ਨ ਤੇ ਟੋਲਰੇਸ਼ਨ ਟੈਸਟ ਨਹੀਂ ਦਿੰਦੀਆਂ, ਨॉन ਰਿड्यूसिंग शुगर ਹੁੰਦੀਆਂ ਇਹਨਾਂ 'ਚ। ਕਿਉਂ ਨਹੀਂ ਦਿੰਦੀਆਂ? ਕਿਉਂਕਿ ਫ੍ਰੀ ਐਲਡੀਹਾਈਡ ਤੇ ਕੀਟੋਨਿਕ ਗਰੁੱਪ ਇਹਨਾਂ 'ਚ ਪ੍ਰੈਜ਼ੈਂਟ ਨਹੀਂ ਹੁੰਦਾ। ਸਾਨੂੰ ਇਹਨਾਂ ਦੀ ਕੀ ਐਗਜ਼ਾਮਪਲ ਪਤਾ ਹੋਣੀ ਚਾਹੀਦੀ ਹੈ ਔਰ ਰਿਡਿਊਸਿੰਗ ਤੇ ਨॉन ਰਿਡਿਊਸਿੰਗ ਸ਼ੂਗਰ ਬਾਰੇ ਪਤਾ ਹੋਣਾ ਚਾਹੀਦਾ। ਰਿਡਿਊਸਿੰਗ ਸ਼ੂਗਰ 'ਚ ਕਿਹੜੇ ਆਉਂਦੀਆਂ? ਮਾਲਟੋਜ਼, ਲੈਕਟੋਜ਼ ਰਿਡਿਊਸਿੰਗ ਸ਼ੂਗਰ ਨੇ, ਤੇ ਜਿਹੜੀ ਸੁਕਰੋਜ਼ ਹੈ ਨॉन ਰਿਡਿਊਸਿੰਗ ਸ਼ੂਗਰ ਹੈ, ਕਿਉਂਕਿ ਇਹਦੇ ਵਿੱਚ ਫ੍ਰੀ ਐਲਡੀਹਾਈਡਿਕ ਗਰੁੱਪ ਪ੍ਰੈਜ਼ੈਂਟ ਨਹੀਂ ਹੁੰਦਾ ਔਰ ਇਹ ਟੋਲਰੇਸ਼ਨ ਤੇ ਫੈਲਿੰਗ ਟੈਸਟ ਜਿਹੜਾ ਨਹੀਂ ਦਿੰਦੀਆਂ। ਅਗੇਨ ਸਟਾਰਚ, ਸਟਾਰਚ ਸਾਨੂੰ ਪਤਾ ਇੱਕ ਪੋਲੀਸੈਕਰਾਈਡ ਹੈ, C6H10O5 ਐਨ ਟਾਈਮ ਇਹਦਾ ਫਾਰਮੂਲਾ। ਸਟਾਰਚ ਦੀ ਹਾਈਡਰੋਲਿਸਿਸ ਕਰਨ 'ਤੇ ਇਮਾਲਟੋਜ਼ ਗਲੂਕੋਜ਼ ਕਨਵਰਟ ਹੋ ਜਾਂਦਾ। ਸਟਾਰਚ ਵਿੱਚ ਦੋ ਕੰਪੋਨੈਂਟ ਪ੍ਰੈਜ਼ੈਂਟ ਹੁੰਦੇ ਆ, ਅਮਾਈਲੋਜ਼ ਐਂਡ ਅਮਾਈਲੋਪੈਕਟਿਨ, ਠੀਕ ਹੈ। ਅਮਾਈਲੋਜ਼ ਤੇ ਅਮਾਈਲੋਪੈਕਟਿਨ ਜਿਹੜੇ ਸਟਾਰਚ ਦੇ ਦੋ ਕੰਪੋਨੈਂਟ ਹੈ। ਜਿਹੜਾ ਵਾਟਰ ਸੋਲੂਬਲ ਕੰਪੋਨੈਂਟ ਹੈ ਉਹ ਮਾਈਲੋਜ਼ ਹੈ ਤੇ ਵਾਟਰ ਇਨਸੋਲੂਬਲ ਅਮਾਈਲੋਪੈਕਟਿਨ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਅਮਾਈਲੋਜ਼ ਵਾਟਰ ਸੋਲੂਬਲ ਹੈ। ਅਮਾਈਲੋਜ਼ ਕਿੱਦਾਂ ਬਣਦਾ? C1 ਗਲੂਕੋਜ਼ ਯੂਨਿਟ ਇਜ਼ ਲਿੰਕ ਟੂ C4 ਔਰ ਨੈਕਸਟ ਗਲੂਕੋਜ਼। ਮਤਲਬ ਦੋ ਗਲੂਕੋਜ਼ ਲੈਣੇ ਆ, ਇੱਕ 'ਚ C1 ਤੇ C4 ਦੇ ਵਿੱਚ ਵਾਟਰ ਬਾਰ ਕੱਢਦੀ, ਇਸੇ ਤਰ੍ਹਾਂ ਹੀ ਬਾਰ ਜੁੜਦੇ ਜਾਂਦੇ ਆ ਐਂਡ ਟਾਈਮ, ਇਹਨੂੰ ਅਸੀਂ ਬੋਲਦੇ ਹਾਂ ਅਮਾਈਲੋਜ਼। ਅਮਾਈਲੋਪੈਕਟਿਨ ਦੇ ਵਿੱਚ ਕਿਹੜਾ ਲਿੰਕੇਜ ਹੁੰਦਾ ਹੈ? 1 ਗਲੂਕੋਜ਼ ਦਾ ਐਂਡ ਅਦਰ ਗਲੂਕੋਜ਼ ਯੂਨਿਟ, ਪਰ ਲਿਖਣਾ ਇਹਨੂੰ ਗਲਾਈਕੋਸਿਡਿਕ ਲਿੰਕੇਜ ਵਿੱਚ ਪ੍ਰੈਜ਼ੈਂਟ ਹੁੰਦਾ, ਠੀਕ ਹੈ। ਔਰ C1 ਤੇ C4 ਉਸ ਤੋਂ ਬਾਅਦ ਫਿਰ ਜਦੋਂ ਅਗਲਾ ਇਹ ਐਂਡ ਟਾਈਮ ਬਣਾਉਂਦੇ ਆ ਤੇ ਫਿਰ ਬ੍ਰਾਂਚਿੰਗ ਕਰਦੇ C6 ਕਾਰਬਨ 'ਤੇ। ਅਗੇਨ ਇਹ 'ਚ ਗਲਾਈਕੋਸਿਡਿਕ ਤੇ ਲਿੰਕੇਜ ਹੀ ਹੁੰਦੀ ਹੈ, ਇਹਨੂੰ ਮਾਈਲੋਪੈਕਟਿਨ। ਅਮਾਈਲੋਪੈਕਟਿਨ ਯਾਦ ਰੱਖਣਾ ਵਾਟਰ ਇਨਸੋਲੂਬਲ ਕੰਪੋਨੈਂਟ ਹੈ, ਵਾਟਰ ਇਨਸੋਲੂਬਲ। ਨੈਕਸਟ ਇਜ਼ ਸੈਲੂਲੋਜ਼। ਅਗੇਨ ਸੇਮ ਫਾਰਮੂਲਾ ਸੈਲੂਲੋਜ਼ ਦਾ C6H10O5N, ਔਰ ਇਹਦੇ 'ਚ ਵੀ C1 ਜਿਹੜਾ 1 ਗਲੂਕੋਜ਼ ਯੂਨਿਟ, ਦੇਖੋ ਇਹ ਗਲੂਕੋਜ਼ ਦਾ ਜਿਹੜਾ C1 ਹੈ ਇਹ ਕਿਹਦੇ ਨਾਲ ਲਿੰਕ ਕਰਦਾ? ਅਗਲੇ ਗਲੂਕੋਜ਼ ਦਾ। ਫਿਰ ਤੁਸੀਂ ਇਹੀ ਸਟਰਕਚਰ ਬਣਾ ਦੇਣਾ ਪਾਇਰੋਨੋਜ਼, ਉਹਦੇ C4 ਦੇ ਨਾਲ ਵਾਟਰ ਬਾਰ ਕੱਢ ਦਿਓ। ਇਸੇ ਤਰ੍ਹਾਂ C1 C4 ਲਿੰਕੇਜ ਇਹਦੇ ਵਿੱਚ ਹੁੰਦੀ ਹੈ, ਇਹਨੂੰ ਅਸੀਂ ਬੋਲਦੇ ਹਾਂ ਸੈਲੂਲੋਜ਼। ਸੈਲੂਲੋਜ਼ 'ਚ ਕਿਹੜੇ ਮੇਨ ਕੰਪੋਨੈਂਟ ਆ ਜਾਂਦੇ? ਗਲਾਈਕੋਜਨ ਇਜ਼ ਏ ਪੋਲੀਸੈਕਰਾਈਡ ਆਫ ਐਲਫਾ ਡੀ ਗਲੂਕੋਜ਼ ਦਾ ਕਾਰਬੋਹਾਈਡਰੇਟ ਸਟੋਰਡ ਇਨ ਏ ਐਨੀਮਲ ਬੋਡੀ। ਦੇਖੋ ਜਦੋਂ ਅਸੀਂ ਖਾਣਾ ਖਾਂਦੇ ਹਾਂ ਸਾਡੀ ਬੋਡੀ ਦੇ ਵਿੱਚ ਗਲੂਕੋਜ਼ ਬਣਦਾ, ਬਟ ਜਦੋਂ ਐਨੀਮਲਸ ਆਪਣਾ ਫੂਡ ਖਾਂਦੇ ਆ ਅਤੇ ਉਹਨਾਂ ਦੀ ਬੋਡੀ ਦੇ ਵਿੱਚ ਜਿਹੜਾ ਕਾਰਬੋਹਾਈਡਰੇਟ ਸਟੋਰ ਹੁੰਦਾ ਡੈਟ ਇਜ਼ ਇਨ ਦਾ ਫੋਰਮ ਆਫ ਗਲਾਈਕੋਜਨ, ਠੀਕ ਹੈ। ਗਲਾਈਕੋਜਨ ਨੂੰ ਸਿਰਫ ਐਨੀਮਲ ਹੀ ਡਾਈਜੈਸਟ ਕਰ ਸਕਦੇ ਆ, ਅਸੀਂ ਡਾਈਜੈਸਟ ਨਹੀਂ ਉਹਨੂੰ ਕਰ ਸਕਦੇ, ਸੋ ਇਹ ਸਾਨੂੰ ਪਤਾ ਹੋਣਾ ਚਾਹੀਦਾ। Next is important function of carbohydrate. Carbohydrate essential for both plants and animal. Carbohydrates work as a body fuel as well as the main source of energy. Carbohydrates ਇੱਕ ਐਨਰਜੀ ਦਾ ਕੰਮ ਕਰਦੇ ਆ ਸਾਡੀ ਬੋਡੀ ਦੇ ਵਿੱਚ, ਐਨਰਜੀ ਦੀ ਫੋਰਮ 'ਚ ਸਟੋਰ ਰਹਿੰਦੇ ਆ। ਕਾਫੀ ਸਾਰੇ ਫੰਕਸ਼ਨ ਜਿਹੜੇ ਸਾਡੀ ਬੋਡੀ ਦੇ ਉਹ ਕਰਦੇ ਆ ਕਾਰਬੋਹਾਈਡਰੇਟਸ। ਸੈੱਲ ਨੂੰ ਮੇਨਟੇਨ ਕਰਦੇ ਆ, ਸਟਰਕਚਰ ਮਟੀਰੀਅਲ ਜਿਹੜਾ ਹੁੰਦਾ ਸੈੱਲ ਦਾ ਉਹ ਟੋਟਲੀ ਮੇਡ ਅਪ ਆਫ ਕਾਰਬੋਹਾਈਡਰੇਟਸ, ਠੀਕ ਹੈ। ਔਰ ਜਿਹੜੀ ਐਨਰਜੀ ਫੋਰਮ ਰਹਿੰਦੀ ਹੈ ਸਾਡੀ ਬੋਡੀ ਦੇ ਵਿੱਚ ਇਨ ਦਾ ਫੋਰਮ ਆਫ ATP, ਐਡੀਨੋਸਿਨ ਟ੍ਰਾਈਫੋਸਫੇਟ, ਇਟ ਇਜ਼ ਆਲਸੋ ਮੇਡ ਅਪ ਆਫ ਕਾਰਬੋਹਾਈਡਰੇਟਸ। ਸੋ ਦਿਸ ਇਜ਼ ਆਲ ਅਬਾਊਟ ਕਾਰਬੋਹਾਈਡਰੇਟਸ। ਸੋ ਅੱਗੇ ਕੰਸੈਪਚੁਅਲ ਕੁਐਸਚਨ ਨੇ, ਇਹਨਾਂ ਨੂੰ ਪੜ੍ਹੋ। ਵਾਈ ਕਾਰਬੋਹਾਈਡਰੇਟਸ ਆਰ ਆਪਟੀਕਲੀ ਐਕਟਿਵ, ਵਟ ਆਰ ਐਨੋਮਰਸ। ਐਨੋਮਰਸ ਸਾਨੂੰ ਦੱਸਿਆ C1 ਕਾਰਬਨ 'ਤੇ ਜਦੋਂ ਕਨਫੀਗਰੇਸ਼ਨ ਡਿਫਰੈਂਟ ਹੁੰਦੀ ਹੈ ਉਹਨੂੰ ਅਸੀਂ ਐਨੋਮਰਸ ਬੋਲਦੇ ਹਾਂ, ਔਰ ਐਪੀਮਰਸ ਕਿਆ ਹੁੰਦੇ ਆ ਜਦੋਂ C2 ਕਾਰਬਨ 'ਤੇ ਕਨਫੀਗਰੇਸ਼ਨ ਡਿਫਰੈਂਟ ਹੁੰਦੀ ਹੈ, ਠੀਕ ਹੈ। ਦਿਸ ਇਜ਼ ਆਲ ਅਬਾਊਟ ਕਾਰਬੋਹਾਈਡਰੇਟਸ। Revise this chapter. Thank you for watching this video.